ਵਾਹਿਗੁਰੂ ਸਾਹਿਬ ਜੀ। ਬੇਸਨ ਪਾਦ ਕਸ਼ੇਲੀ ਸ਼ੰਤ, ਰੁਜੇ ਬਹੁੜ ਕਰ ਦਾਰਨ ਜੁੱਧਾ, ਏਕ ਏਕ ਮਲ ਦਾਇ ਬਿਰੁੱਧਾ, ਰੁਜੇ ਬਹੁੜ ਕਰ ਦਾਰਨ ਜੁੱਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਕਥਾ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਨੇ ਮਹਾਨ ਕਿਰਪਾ ਕਰਕੇ ਦੱਸਿਆ ਸੀ ਕਿ ਬੀਰਿਆਨਾਥ ਦੇ 60,000 ਪੁੱਤਰ ਇੰਦਰ ਦੇ ਪੁੱਤਰਾਂ ਨੇ ਮਾਰ ਦੇਣਾ ਕੀਤੇ ਨੇ। ਉਹਨਾਂ ਨੂੰ ਤਾਬੂਤਾਂ ਵਿੱਚ ਪਾ ਕਰਕੇ ਬੀਰਿਆਨਾਥ ਦੇ ਕੋਲ ਭੇਜ ਦੇਣਾ ਕੀਤਾ ਏ। ਅੱਗੇ ਜਿਵੇਂ ਮਹਾਰਾਜ ਸਾਹਿਬ ਜੀ ਦੱਸ ਰਹੇ ਨੇ, ਆਓ ਪਿਆਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ। ਬੇਸਨ ਪਾਦ ਕਸ਼ੇਲੀ ਸ਼ੰਤ, ਰੁਜੇ ਬਹੁੜ ਕਰ ਦਾਰਨ ਜੁੱਧਾ। ਮਹਾਰਾਜ ਕਲਗੀਧਰ ਜੀ ਕਹਿੰਦੇ 60,000 ਪੁੱਤਰਾਂ ਨੂੰ ਤਾਬੂਤਾਂ ਵਿੱਚ ਪਾ ਕਰਕੇ ਬੀਰਿਆਨਾਥ ਦੇ ਕੋਲ ਤੋਰਨਾ ਕੀਤਾ ਏ। ਤੇ ਬਾਅਦ ਵਿੱਚ ਜਿਹੜੇ ਹੋਰ ਰਾਖਸ਼ ਤੇ ਦੇਵਤੇ ਸਨ, ਉਹ ਰੁੱਝੇ ਮੈਣੇ ਚੰਬੜ ਗਏ ਨੇ, ਜਾਂ ਰੁੱਝੇ ਮੈਣੇ ਰੁੱਝ ਗਏ ਨੇ। ਬਾਉੜ ਮੈਣੇ ਫਿਰ ਕਰ ਦਾਰਨ ਜੁੱਧਾ, ਭਿਆਨਕ ਯੁੱਧ ਕਰਨ ਦੇ ਵਿੱਚ ਰੁੱਝ ਗਏ ਹਨ। ਭਾਵ ਇੱਕ ਪਾਸੇ ਬੀਰਿਆਨਾਥ ਦੀ ਤਰਫ ਨੂੰ ਉਹਦੇ ਪੁੱਤਰਾਂ ਦੀਆਂ ਲਾਸ਼ਾਂ ਤਾਬੂਤਾਂ ਵਿੱਚ ਪਾ ਕੇ ਤੋਰੀਆਂ ਨੇ। ਜਿਹੜੇ ਜੰਗ ਦੇ ਮੈਦਾਨ ਵਿੱਚ ਬਚੇ ਦੈਂਤ ਸੀ, ਉਹਨਾਂ ਨੂੰ ਗੁੱਸਾ ਚੜਿਆ ਏ ਤੇ ਉਹਨਾਂ ਨੇ ਹੱਥਾਂ ਵਿੱਚ ਸ਼ਸਤਰ ਅਸਤਰ ਪਕੜੇ ਨੇ ਤੇ ਜੰਗ ਕਰਨ ਦੇ ਵਿੱਚ ਫਿਰ ਰੁੱਝ ਗਏ ਹਨ। ਏਕ ਏਕ ਮਲ ਦਾਇ ਬਿਰੁੱਧਾ। ਕੱਲੇ ਦੇ ਨਾਲ ਕੱਲਾ ਸੂਰਮਾ ਪਹਿਲਵਾਨਾਂ ਵਾਲੇ ਦਾਏ ਦਾ ਪੀਚ ਕਰਕੇ ਤੇ ਵਿਰੁੱਧਾ ਜੰਗ ਕਰਦਾ ਪਿਆ ਏ। ਵਿਰੋਧ ਕੀਨੋ ਦੇਵ ਦਾਨਵ। ਦੇਵਤਿਆਂ ਤੇ ਦੰਤਾਂ ਨੇ ਆਪਸ ਵਿੱਚ ਭਾਰੀ ਵਿਰੋਧ ਕਰਨਾ ਕੀਤਾ ਏ। ਹਠੇ ਸੁਰ ਨਰ ਪਰਸਪਰ। ਦੇਵਤੇ ਤੇ ਮਨੁੱਖ ਆਪਸ ਦੇ ਵਿੱਚ ਜੰਗ ਕਰਨ ਲਈ ਰੁਕ ਗਏ ਹਨ। ਜਹ ਗਦਾ ਮੁਦਗਰ ਗੁਰਜ ਗੋਫਨ। ਆਪਣੇ ਹੱਥ ਵਿੱਚ ਗਦਾ ਮੁਦਗਰ ਗੁਰਜ ਤੇ ਗੋਫਨ, ਗੋਪੀਏ ਨੂੰ ਕਹਿੰਦੇ ਨੇ, ਸਾਰੇ ਸ਼ਸਤਰ ਪਕੜ ਕਰਕੇ ਸਾਮਨ ਕੀਨੋ ਨਿਸਰ ਕਰ। ਆਪੋ ਆਪਣੇ ਦਲਾਂ ਵਿੱਚੋਂ ਨਿਕਲ ਕਰਕੇ ਸਮਰ ਕੀਨੂੰ ਜੰਗ ਕਰਨਾ ਕੀਤਾ। ਕਰਤ ਬੀਤੇ ਮਾਸ ਦਵਾਦਸ। ਮਹਾਰਾਜ ਕਲਗੀਧਰ ਜੀ ਕਹਿੰਦੇ 12 ਮਹੀਨੇ ਜੰਗ ਕਰਦਿਆਂ ਬਤੀਤ ਹੋ ਗਏ ਨੇ। ਸਮਰ ਕੁਸ਼ਤੀ ਏਕ ਰਸ। ਜੰਗ ਦੇ ਮੈਦਾਨ ਵਿੱਚ ਕੁਸ਼ਤੀ ਘੁਲਦਿਆਂ ਹੋਇਆ ਇੱਕ ਰਸ ਹੀ ਲਗਾਤਾਰ ਹੀ। ਬਹੁ ਬ੍ਰਿਨ ਦੀਨੇ ਆਪ ਆਪਨ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਆਪੋ ਆਪਣੇ ਸ਼ਸਤਰ ਫੜ ਕੇ ਇੱਕ ਦੂਜੇ ਦੇ ਬਹੁਤੇ ਜ਼ਖਮ ਦੇਣਾ ਕੀਤੇ ਨੇ ਸੂਰਮਿਆਂ ਨੇ। ਕੁਮਾਰ ਕੁਵਰਨ ਸਮਰ ਅਸ। ਹਾਂ, ਇੰਦਰ ਦੇ ਪੁੱਤਰਾਂ ਦਾ ਤੇ ਬੀਰਿਆਨਾਥ ਦੇ ਪੁੱਤਰਾਂ ਦਾ ਐਸਾ ਜੰਗ ਹੋਇਆ ਏ। ਪ੍ਰਬਲ ਭੇ ਬਾਸਵ ਸੁਤ। ਹਾਂ, ਆਖਰ ਕਹਿੰਦੇ ਨੇ ਕਿ ਜਿਹੜੇ ਬਾਸਵ ਇੰਦਰ ਦੇ ਪੁੱਤਰ ਨੇ, ਉਹ ਜੰਗ ਦੇ ਮੈਦਾਨ ਦੇ ਵਿੱਚ ਪ੍ਰਬਲ ਹੋ ਗਏ, ਬਲ ਸਹਿਤ ਹੋ ਗਏ। ਪ੍ਰਬਲ ਪੱਪੇ ਦੇ ਪੈਰ ਵਿੱਚ ਰਾਰਾ ਏ, ਪੂਰਾ ਨਹੀਂ। ਰਨ ਕਰ ਜੰਗ ਕਰਕੇ ਹਨਤ ਭਇਓ ਅਸਤਰਨ। ਸਾਹਿਬ ਜੀ ਕਹਿੰਦੇ ਨੇ ਵੀ ਸ਼ਸਤਰ ਫੜ ਕਰਕੇ ਤੇ ਮਾਰਦੇ ਹੋਏ ਨੇ। ਗਰੀਵਾ ਉਰ। ਕਿੱਥੇ ਮਾਰਦੇ ਨੇ? ਛਾਤੀਆਂ ਦੇ ਵਿੱਚ ਤੇ ਧੌਣਾਂ ਦੇ ਵਿੱਚ। ਦੇਵਤਿਆਂ ਦੇ ਪੁੱਤਰ ਜਾਂ ਇੰਦਰ ਦੇ ਪੁੱਤਰ ਦੰਤਾਂ ਦੀਆਂ ਛਾਤੀਆਂ ਤੇ ਉਹਨਾਂ ਦੀਆਂ ਧੌਣਾਂ ਦੇ ਵਿੱਚ ਸ਼ਸਤਰ ਮਾਰਦੇ ਪਏ ਨੇ। ਪਟਕ ਪੁਹਮੇ ਹਾਨਿਓ ਕੁਵਰਨ। ਸਾਹਿਬ ਜੀ ਕਹਿੰਦੇ ਪਟਕਾ ਕੇ ਧਰਤੀ ਦੇ ਉੱਪਰ ਸੁੱਟ ਕੇ ਤੇ ਬੀਰਿਆਨਾਥ ਦੇ ਪੁੱਤਰਾਂ ਦਾ ਹੀ ਮਾਰਨਾ ਕੀਤਾ ਏ। ਬਹੁ ਕਾਵ ਕੀਨਿਓ ਕੁਵਰਹੀ। ਕੋਰ ਰਾਰੇ ਨੂੰ ਸਿਹਾਰੀ ਨਹੀਂ ਹੈ ਪੁਰਾਣੀਆਂ ਬੀੜਾਂ ਵਿੱਚ, ਤੇ ਪਾਠ ਬੋਧ ਵਿੱਚ ਵੀ ਇਹ ਕੱਟੀ ਸੀ, ਕਿਉਂਕਿ ਇੱਥੇ ਦਾ ਕੋਈ ਖਾਸ ਸੰਬੰਧ ਨਹੀਂ। ਕੋਰ ਹੀ ਇਹ ਇਕੱਠਾ ਹੀ ਪਾਠ ਹੈ। ਹੀ ਗੁਰੂ ਖਾਲਸਾ ਜੀ ਇਕੱਠੇ ਹੀ ਆਉਣਗੇ। ਹੀ ਦਾ ਅਰਥ ਹੁੰਦਾ ਨਿਸ਼ਚੇ ਕਰਕੇ, ਤੇ ਇਹ ਗੁਰੂ ਖਾਲਸਾ ਜੀ ਸ਼ਬਦ ਦੇ ਪਿੱਛੇ ਪਿਛੇਤਰ ਹੁੰਦੀ ਹੈ। ਪਿਛੇਤਰ ਮੂਲ ਸ਼ਬਦ ਦੇ ਨਾਲੋਂ ਕਦੇ ਅਲੱਗ ਨਹੀਂ ਹੁੰਦੀ।
ਇਕੱਠੀ ਹੀ ਹੁੰਦੀ ਹੈ। ਤੇ ਕੁਰ ਹੀ ਇਹ ਪਾਠ ਇਕੱਠਾ ਆਵੇਗਾ ਤੇ ਰਾਰੇ ਨੂੰ ਸਿਹਾਰੀ ਨਹੀਂ ਆਵੇਗੀ, ਪੁਰਾਣੀਆਂ ਬੀੜਾਂ ਵਿੱਚ ਨਹੀਂ। ਜਦੋਂ ਦੋ ਅੱਖਰਾਂ ਦਾ ਸਮਾਸ ਹੁੰਦਾ ਏ ਤਾਂ ਪਿਛਲੇ ਅੱਖਰ ਨੂੰ ਜੋ ਲਗ ਮਾਤਰ ਹੁੰਦੀ ਹੈ ਉਹ ਨਹੀਂ ਲੱਗਦੀ। ਇਹ ਵਿਆਕਰਨ ਦਾ ਨਿਯਮ ਹੈ। ਦੂਜਾ ਗੁਰੂ ਖਾਲਸਾ ਜੀ, ਕੁਰ ਨਾਮ ਰਾਜ ਪੁੱਤਰਾਂ ਦਾ ਏ। ਜੇ ਰਾਜ ਪੁੱਤਰੀਆਂ ਦਾ ਅਰਥ ਹੁੰਦਾ ਫਿਰ ਰਾਰੇ ਨੂੰ ਸਿਹਾਰੀ ਚਾਹੀਦੀ ਸੀ। ਇਸ ਲਈ ਅਰਥ ਦੇ ਲਿਹਾਜ਼ ਨਾਲ ਵੀ ਰਾਰੇ ਨੂੰ ਸਿਹਾਰੀ ਨਹੀਂ ਹੈ। ਫਿਰ ਪੜ੍ਹ ਦਿਓ ਜੀ। ਬਹੁ ਕਾਵ ਕੀਨਿਓ ਕੁਰ ਹੀ। ਕੁਰ ਮੈਨੇ ਇੰਦਰ ਦੇ ਪੁੱਤਰਾਂ ਨੇ ਬਹੁਤੇ ਘਾਵ ਜ਼ਖਮ ਕਰਨਾ ਕੀਤੇ। ਕੁਰ ਇੱਥੇ ਇੰਦਰ ਦੇ ਪੁੱਤਰਾਂ ਦਾ ਨਾਮ ਹੈ। ਦੰਤਾਂ ਦੇ ਬਹੁਤੇ ਜ਼ਖਮ ਕਰਨਾ ਕੀਤੇ। ਨਹਿ ਜੀਅਤ ਉਬਰਿਓ ਕੁਰ ਕੌਣ ਹੈ। ਸਾਹਿਬ ਜੀ ਕਹਿੰਦੇ ਇੰਦਰ ਦੇ ਕੁਮਾਰਾਂ ਨੇ ਐਸੇ ਵਾਰ ਕੀਤੇ ਕਿ ਬੀਰਯਾਨਾਥ ਦਾ ਕੋਈ ਵੀ ਕੁਰ ਪੁੱਤਰ ਜੀਦਾ ਨਹੀਂ ਬਚਿਆ ਜੰਗ ਦੇ ਮੈਦਾਨ ਵਿੱਚੋਂ। ਉਬਰਿਓ ਗੁਰੂ ਖਾਲਸਾ ਜੀ ਇਕੱਠਾ ਹੀ ਪਾਠ ਹੈ। ਉਬਰਿਓ ਨਹੀਂ ਕਹਿਣਾ, ਉਬਰਿਓ ਇਸ ਤਰੀਕੇ ਨਾਲ ਬੋਲਣਾ ਹੈ ਜੀ। ਜੇ ਭਿੜਤ ਪੇ ਪਟ ਅਵਰ ਹੀ। ਹਾਂ, ਜਿਹੜੇ ਹੋਰ ਵੀ ਸੂਰਮੇ ਭਿੜਦੇ ਪਏ ਸੀ ਨਾ ਦੈਂਤਾਂ ਦੀ ਤਰਫੋਂ, ਉਹਨਾਂ ਵਿੱਚੋਂ ਕੋਈ ਵੀ ਨਹੀਂ ਜੀਂਦਾ ਬਚਿਆ। ਤੇ ਉਬਰਿਓ ਯ ਦੇ ਉੱਪਰ ਹੋੜਾ ਵੀ ਲੱਗਾ ਹੋਇਆ ਏ। ਜੋਜਗੇ ਸੰਗਰਾਮ ਦੇਵਨ। ਸਾਹਿਬ ਜੀ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਦੇਵਨ ਦੈਂਤ ਸ਼ਹੀਦ ਹੋ ਗਏ। ਫਾਰਸੀ ਬੋਲੀ ਦੇ ਵਿੱਚ ਦੇਵਨ ਦਾ ਅਰਥ ਗੁਰੂ ਖਾਲਸਾ ਜੀ ਦੈਂਤ ਹੁੰਦਾ ਏ, ਤੇ ਸੰਸਕ੍ਰਿਤ ਦੇ ਵਿੱਚ ਦੇਵਤੇ ਹੁੰਦਾ ਏ। ਇਸ ਲਈ ਇੱਥੇ ਦੈਂਤ ਅਰਥ ਆਏਗਾ ਫਾਰਸੀ ਦੇ ਲਿਹਾਜ਼ ਨਾਲ। ਕੁਰ 60 ਸਹੰਸ ਹੀ। ਹਾਂ, ਮਹਾਰਾਜ ਕਹਿੰਦੇ ਨੇ 60,000 ਬੀਰਯਾਨਾਥ ਦੇ ਪੁੱਤਰ। ਲਿਖ ਪਠੇ ਕੁਰੰ ਨਾਮ ਮੰਤਰੀਅਨ। ਹਾਂ, ਮੰਤਰੀਆਂ ਨੇ ਜੰਗ ਦੇ ਮੈਦਾਨ ਵਿੱਚੋਂ ਰਾਜਕੁਮਾਰਾਂ ਦੀਆਂ ਲਾਸ਼ਾਂ ਨੂੰ ਚੁੱਕਿਆ, ਤਾਬੂਤਾਂ ਵਿੱਚ ਪਾਇਆ ਤੇ ਵੱਖੋ ਵੱਖਰੇ ਤਬੂਤ ਤੇ ਉਹਨਾਂ ਦੇ ਨਾਮ ਲਿਖ ਦਿੱਤੇ। ਇੱਕ ਚਿੱਠੀ ਵਿੱਚ ਵੀ ਨਾਮ ਲਿਖ ਕੇ ਭੇਜ ਦੇਣਾ ਕੀਤੇ ਬੀਰਯਾਨਾਥ ਦੇ ਕੋਲ। ਤਾਬੂਤ ਸਾਬਤ ਬੰਸ ਹੀ। ਹਾਂ, ਤਾਬੂਤ ਸੰਦੂਖਾਂ ਦੇ ਵਿੱਚ ਪਾ ਕਰਕੇ। ਤੇ ਸਾਬਤ ਮੈਨੇ ਹੁੰਦਾ ਏ ਛਤਰੀ, ਜੋ ਛਤਰੀ ਬੰਸ ਦੇ ਰਾਜਪੂਤ ਬੀਰਯਾਨਾਥ ਦੇ ਪੁੱਤਰ ਸਨ। ਪਠੇ ਕੁਮਾਰੰ ਮ੍ਰਿਤਕ ਨਿਰਪਤ ਪਹਿ। ਹਾਂ, ਮਰੇ ਹੋਏ ਜਿਹੜੇ ਰਾਜਕੁਮਾਰ ਸੀ ਉਹਨਾਂ ਨੂੰ ਰਾਜ ਬੀਰਯਾਨਾਥ ਦੇ ਕੋਲ ਭੇਜ ਦੇਣਾ ਕੀਤਾ। ਲਿਖੀ ਵਾਰਤਾ ਜੁਧ ਸਕਲ ਕਹਿ। ਹਾਂ, ਸਾਰੀ ਹੀ ਜੰਗ ਦੀ ਜਿਹੜੀ ਵਾਰਤਾ ਸੀ ਉਹ ਲਿਖ ਕਰਕੇ ਕਹਿ ਕੇ ਭੇਜਣਾ ਕੀਤੀ ਨਾਲ ਹੀ। ਆ ਸਗਨ ਭਉ ਦਲ ਦਨਜ ਪ੍ਰਥਮੇ। ਕਹਿੰਦੇ ਮਹਾਰਾਜ ਜੀ ਪਹਿਲਾਂ ਹੀ ਇਹ ਸ਼ਗਨ ਹੋ ਗਿਆ ਇਹ ਦੰਤਾਂ ਦੇ ਦਲ ਵਿੱਚ। ਜੋਜਗੇ ਦਲਪਤ ਸਮਰ। ਅਜੇ ਲੜਾਈ ਸ਼ੁਰੂ ਹੋਈ ਹੈ ਤੇ ਜਿੰਨੇ ਵੀ ਜੰਗ ਦੇ ਮੈਦਾਨ ਵਿੱਚ ਦੰਤਾਂ ਦੇ ਦਲਪਤੀ ਸੈਨਾਪਤੀ ਸੀ ਉਹ ਸਾਰੇ ਹੀ ਜੂਝ ਗਏ ਨੇ। ਕਰ ਤੁਮਲ ਦਾਰਨ ਜੁਧ ਭੀਖਮ। ਬਹੁਤਾ ਹੀ ਭਿਆਨਕ ਯੁੱਧ ਕਰਕੇ ਨਾ, ਬਹੁਤਾ ਹੀ ਡਰਾਉਣਾ, ਬਹੁਤਾ ਹੀ ਭਿਆਨਕ ਦੇਵਤਿਆਂ ਨੇ ਯੁੱਧ ਕਰਕੇ। ਮਰਦ ਪੇਸੁਰ ਘਾਏ ਕਰ। ਹਾਂ, ਬਹੁਤਾ ਹੀ ਭਿਆਨਕ ਯੁੱਧ ਕਰਕੇ ਤੇ ਦੇਵਤਿਆਂ ਨੇ ਦੰਤਾਂ ਆਪ ਜੀ ਦੇ ਪੁੱਤਰ ਮਾਰਨਾ ਕੀਤੇ ਨੇ। ਜਾਂ ਜਿਹੜੇ ਤੁਹਾਡੇ ਪੁੱਤਰ ਸੀ ਉਹ ਵੀ ਕਾਇਰ ਬਣ ਕੇ ਸ਼ਹੀਦ ਨਹੀਂ ਹੋਏ, ਉਹਨਾਂ ਨੇ ਵੀ ਬਹੁਤਾ ਭਿਆਨਕ ਯੁੱਧ ਕੀਤਾ। ਤੇ ਯੁੱਧ ਕਰਕੇ ਤੇ ਬਹੁਤੇ ਸੁਰ ਘਾਏ ਕਰ ਦੇਵਤਿਆਂ ਨੂੰ ਮਾਰ ਕਰਕੇ ਫਿਰ ਉਹ ਮਰਦੇ ਹੋਏ ਨੇ, ਮਰ ਗਏ ਨੇ। ਹੋੜ ਕਰ ਕਰ ਭਿੜੇ ਦਾਨਵ। ਹਾਂ, ਮਹਾਰਾਜ ਜੀ ਤੁਹਾਡੇ ਜਿਹੜੇ ਪੁੱਤਰੋ ਕਾਇਰ ਨਹੀਂ ਖਵਾਏ, ਸ਼ਰਤਾਂ ਕਰ ਕਰਕੇ, ਸ਼ਰਤਾਂ ਬਨ ਬਨ ਕੇ ਭਿੜੇ ਹਨ ਦਾਨਵ। ਮਲ ਦਾਇਨ ਪਰਸ ਪਰ। ਹਾਂ, ਜਿਵੇਂ ਆਪ ਜੀ ਨੇ ਦੱਸਿਆ ਸੀ ਕਿ ਯੁੱਧ ਦੇ ਮੈਦਾਨ ਵਿੱਚ ਪਹਿਲਵਾਨਾਂ ਵਾਲੇ ਦਾ ਕਰਕੇ ਭਿੜੀਦਾ ਏ, ਇਦਾਂ ਹੀ ਆਪਸ ਵਿੱਚ ਪਹਿਲਵਾਨਾਂ ਵਾਲੇ ਦਾ ਕਰਕੇ ਭਿੜੇ ਨੇ। ਭਾਈ ਤਰਾਸਤ ਸੈਨ ਸਗਰੀ। ਹਾਂ, ਸਾਰੀ ਹੀ ਸੈਨਾ ਡਰ ਗਈ ਸੀ, ਐਸਾ ਜੰਗ ਮਚਾਉਣਾ ਕੀਤਾ ਸੀ ਦੰਤਾਂ ਨੇ। ਮਰਨ ਕੁਰਨ ਸਮਰ ਕਰ। ਹਾਂ, ਪਰ ਫਿਰ ਵੀ ਜੰਗ ਦੇ ਮੈਦਾਨ ਦੇ ਵਿੱਚ ਜੰਗ ਕਰ ਕਰਕੇ ਨਾ ਰਾਜਕੁਮਾਰ ਮਰ ਗਏ ਹਨ। ਤੇ ਰਾਜਕੁਮਾਰਾਂ ਦੀ ਮੌਤ ਵੇਖ ਕਰਕੇ ਤੇ ਤੁਹਾਡੀ ਸਾਰੀ ਹੀ ਸੈਨਾ ਡਰ ਗਈ ਹੈ। ਕੀਨੋ ਦੂਤ ਵਿਦਾਏ। ਇਸ ਤਰੀਕੇ ਨਾਲ ਦੂਤ ਨੂੰ ਸਾਰੀ ਗੱਲ ਦੱਸ ਕੇ ਪੱਤਰਕਾ ਲਿਖ ਕਰਕੇ
ਮੰਤਰੀਆਂ ਨੇ ਜੰਗ ਦੇ ਮੈਦਾਨ ਵਿੱਚੋਂ ਵਿਦਾ ਕੀਤਾ ਏ। ਕੁਰਨ ਮ੍ਰਿਤਕ ਦੈ ਹਾਂ, ਕੁਰਨ ਰਾਜ ਕੁਮਾਰਾਂ ਦੀਆਂ ਲਾਸ਼ਾਂ ਦੇ ਕਰਕੇ ਮਰਿਆ ਹੋਇਆਂ ਦੀਆਂ। ਲਿਖੀ ਪੱਤਰ ਕਾ ਵਿਨੈ ਹਾਂ, ਇਸ ਤਰੀਕੇ ਨਾਲ ਜਿਵੇਂ ਉੱਪਰ ਦੱਸਿਆ ਏ, ਇਹ ਸਾਰੀਆਂ ਗੱਲਾਂ ਦੂਤ ਨੂੰ ਵੀ ਸਮਝਾਈਆਂ ਵੀ ਰਾਜੇ ਵੀਰੇਨਾਥ ਨੂੰ ਤੂੰ ਬੇਨਤੀ ਕਰੀ, ਤੇ ਇੱਕ ਬੇਨਤੀ ਦੀ ਪੱਤਰਕਾ ਦੇ ਵਿੱਚ ਵੀ ਸਾਰੀ ਗੱਲ ਲਿਖਣਾ ਕੀਤੀ। ਮੰਤਰੀਆਂ ਰਾਜ ਪੈ ਮੰਤਰੀਆਂ ਨੇ ਆਪਣੇ ਰਾਜੇ ਵੀਰੇਨਾਥ ਦੀ ਤਾਂ ਹੀ ਸਾਰੀ ਗੱਲ ਲਿਖ ਕੇ ਭੇਜੀ ਹੈ। ਚਲਿਓ ਦੂਤ ਵਿਦਾਏ ਲੈ ਮਹਾਰਾਜ ਕਲਗੀਧਰ ਜੀ ਕਹਿੰਦੇ ਦੂਤ ਮੰਤਰੀਆਂ ਤੋਂ ਵਿਦਾਇਗੀ ਲੈ ਕੇ ਤੇ ਚੱਲ ਪਿਆ 60,000 ਤਾਬੂਤਾਂ ਨੂੰ ਨਾਲ ਲੈ ਕਰਕੇ। ਬ੍ਰਿਜਨਾਦ ਪਹਿ ਮੰਤਰਨ ਪਠੈ ਇੰਜ ਵੀਰੇਨਾਥ ਦੇ ਕੋਲ ਮੰਤਰੀਆਂ ਨੇ ਦੂਤ ਨੂੰ ਭੇਜਣਾ ਕੀਤਾ ਏ। ਇਤ ਰੁਪਿਓ ਸੰਗਰ ਸੁਰ ਅਸੁਰ ਹਾਂ, ਇਧਰ ਮਹਾਰਾਜ ਸਾਹਿਬ ਜੀ ਕਹਿੰਦੇ ਜੰਗ ਦੇ ਮੈਦਾਨ ਵਿੱਚ ਦੇਵਤੇ ਤੇ ਦੈਂਤ ਜੁਟੇ ਨੇ। ਪਹਿਲਾਂ ਮਹਾਰਾਜ ਸਾਹਿਬ ਜੀ ਨੇ ਦੱਸਿਆ ਏ ਵੀ ਤਾਬੂਤਾਂ ਦੇ ਵਿੱਚ ਪਾਈਆਂ ਲਾਸ਼ਾਂ, ਤੇ ਫਿਰ ਸੂਰਮੇ ਜਿਹੜੇ ਨੇ ਉਹ ਲੜਨ ਲੱਗ ਪਏ ਨੇ, ਜੰਗ ਹੋਣ ਲੱਗ ਪਿਆ ਏ, ਕੱਲੇ ਨਾਲ ਕੱਲਾ ਭਿੜਨ ਲੱਗ ਪਿਆ ਏ। ਆਪਸ ਦੇ ਵਿੱਚ ਉਹਨਾਂ ਨੇ ਬੜਾ ਵਿਰੋਧ ਕੀਤਾ ਏ, ਤੇ 12 ਕੁ ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ ਸੀ। ਤੇ 12 ਮਹੀਨਿਆਂ ਦਾ ਸਮਾਂ ਲੰਘਣ ਤੋਂ ਬਾਅਦ 60,000 ਵੀਰੇਨਾਥ ਦੇ ਪੁੱਤਰ ਮਰ ਗਏ, ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਤਬੂਤਾਂ ਵਿੱਚ ਪਾ ਕੇ ਤੇ ਮੰਤਰੀ ਚਿੱਠੀ ਲਿਖਣ ਲੱਗ ਪਏ ਨੇ। ਤੇ ਜਿਹੜੇ ਹੋਰ ਸਿਪਾਹੀ ਸੀ, ਹੋਰ ਸੂਰਮੇ ਸੀ, ਉਹਨਾਂ ਨੂੰ ਲੜਨ ਲਗਾ ਦਿੱਤਾ ਏ। ਤੇ ਫਿਰ ਗੁਰੂ ਖਾਲਸਾ ਜੀ ਮੰਤਰੀਆਂ ਨੇ ਇੱਕ ਦੂਤ ਨੂੰ ਸਮਝਾ ਬੁਝਾ ਕਰਕੇ ਰਾਜਦੂਤ ਨੂੰ ਤੇ ਰਾਜੇ ਵੀਰੇਨਾਥ ਦੇ ਕੋਲ ਭੇਜਣਾ ਕੀਤਾ ਏ। ਤੇ ਫਿਰ ਉਹਨਾਂ ਨੇ ਜੰਗ ਦੇ ਮੈਦਾਨ ਵੱਲ ਮੰਤਰੀਆਂ ਨੇ ਵੀ ਖਿਆਲ ਕੀਤਾ ਏ। ਘਮਸਾਨ ਦਾ ਜੰਗ ਮਚਿਆ ਹੈ, ਇੱਕ ਪਾਸੇ ਦੇਵਤੇ ਦੇ ਇੱਕ ਪਾਸੇ ਦੈਂਤ ਨੇ। ਇਸ ਤਰੀਕੇ ਨਾਲ ਕਲਗੀਧਰ ਜੀ ਯੁੱਧ ਦੀ ਨੀਤੀ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਜੇ ਮੰਤਰੀ ਜੰਗ ਛੱਡ ਕੇ ਤੇ ਤਾਬੂਤ ਵਿੱਚ ਲਾਸ਼ਾਂ ਸੰਭਾਲਣ ਲੱਗ ਜਾਂਦੇ ਤੇ ਦੇਵਤਿਆਂ ਦਾ ਭਾਰੀ ਜ਼ੋਰ ਪੈ ਜਾਣਾ ਸੀ। ਉਹਨਾਂ ਨੇ ਮਰਿਆ ਹੋਇਆਂ ਨੂੰ ਵੀ ਤੇ ਜੀਂਦਿਆਂ ਨੂੰ ਵੀ ਗ੍ਰਿਫਤਾਰ ਕਰ ਲੈਣਾ ਸੀ। ਮੰਤਰੀ ਬੜੇ ਸਿਆਣੇ ਸਨ, ਉਹਨਾਂ ਨੇ ਪਹਿਲਾਂ ਤੇ ਜਿਹੜੇ ਆਪਣੇ ਸੂਰਮੇ ਸੀ ਉਹਨਾਂ ਨੂੰ ਲੜਨ ਲਗਾਤਾ, ਫਿਰ ਆਪ ਲਾਸ਼ਾਂ ਸੰਭਾਲ ਕੇ ਚਿੱਠੀ ਲਿਖਣ ਲੱਗ ਪਏ। ਚਿੱਠੀ ਦੇ ਕਰਕੇ ਦੂਤ ਨੂੰ ਵਿਦਾ ਕੀਤਾ। ਫਿਰ ਉਹਨਾਂ ਮੰਤਰੀਆਂ ਨੇ ਯੁੱਧ ਦੀ ਸਾਰ ਲਈ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਆ ਕਰਕੇ ਰੁਕ ਗਏ ਨੇ। ਦੋ ਚਮੂਦਾਰਨ ਜੁਧ ਹਠੈ ਦੋਨਾਂ ਹੀ ਪਾਸਿਆਂ ਦੀਆਂ ਫੌਜਾਂ ਨੇ ਭਿਆਨਕ ਯੁੱਧ ਹੱਠ ਨਾਲ ਕਰਨਾ ਆਰੰਭ ਦਿੱਤਾ ਹੈ। ਚਲਿਓ ਆਜੁਦ ਘੋਰ ਦੋ ਦਿਸ ਦੋਨਾਂ ਹੀ ਪਾਸਿਆਂ ਤੋਂ ਭਿਆਨਕ ਸ਼ਸਤਰ ਚੱਲੇ ਨੇ। ਬ੍ਰਿਸ਼ ਮੰਦਰ ਮੁਦਗਰਾ ਬ੍ਰਿਸ਼ ਰੁੱਖ, ਮੰਦਰ ਮੰਦਰਾਂਚਲ ਪਰਬਤ ਤੇ ਮੁਦਗਰਾ ਘੋਟਨੇ ਚੱਲੇ ਨੇ। ਗਦਾ ਸ਼ਾਹੀ ਗੁਰਜ ਮੂਸਲ ਗਦਾ ਸ਼ਾਹੀ ਗੁਰਜ ਘੋਟਨੇ ਆਦਿਕ ਜੋ ਕਿਸੇ ਦੇ ਹੱਥ ਆ ਗਿਆ। ਸਾਂਗ ਸ਼ੂਲੀ ਅਸਬਰਾ ਬੜਾ ਵੱਡੀ ਆਸ ਕਿਰਪਾਨ, ਸ਼ੂਲੀ ਛੁਰੀ ਦਾ ਨਾਮ ਹੈ। ਤਲਵਾਰ ਨੂੰ ਵੀ ਕਹਿ ਦਿੰਦੇ ਤੇ ਤੀਰ ਨੂੰ ਵੀ ਕਹਿ ਦਿੰਦੇ ਨੇ। ਸਾਂਗ ਨਾਮ ਬਰਸ਼ੀ ਦਾ ਹੈ। ਕੀਨਿਓ ਮਾਰ ਕਰਾਰ ਸਾਹਿਬ ਜੀ ਕਹਿੰਦੇ ਕਰਾਰੀ ਮਾਰ ਕੀਤੀ ਹੈ ਸੂਰਮਿਆਂ ਨੇ, ਜਾਂ ਕਰ ਆਰ, ਜਿਨ੍ਹਾਂ ਦੇ ਕਰ ਹੱਥ ਆਰਿਆਂ ਵਰਗੇ ਹੈ ਨਾ, ਉਹਨਾਂ ਸੂਰਮਿਆਂ ਨੇ ਭਾਰੀ ਮਾਰ ਕੀਤੀ ਹੈ। ਸੂਰਨ ਸੁਬਟਹੀ ਹਾਂ, ਸੂਰਮਿਆਂ ਨੇ ਸੂਰਮਿਆਂ ਦੇ ਉੱਪਰ ਬਹੁਤੀ ਮਾਰ ਕਰਨਾ ਕੀਤੀ, ਕਰਾਰੀ ਮਾਰ ਕੀਤੀ ਹੈ। ਈਖਮ ਤੀਰ ਤੁਫੰਗ ਭਿਆਨਕ ਤੀਰ ਤਿੱਖੇ ਤੇ ਵੱਡੇ ਵੱਡੇ ਤੋਪਾਂ ਤੋਂ ਗੋਲੇ ਚਲਾਏ ਨੇ। ਡਾਰਤ ਬਿਗਟਹੀ ਜੰਗ ਦੇ ਮੈਦਾਨ ਦੇ ਵਿੱਚ ਨਾ ਕੱਟੇ ਜਾਣ ਵਾਲੇ ਸੂਰਮੇ ਤੇ ਤੁਫੰਗ ਤੋਪ ਤੋਂ ਗੋਲੇ ਡਾਰਤ ਸੁੱਟਦੇ ਪਏ ਨੇ। ਬਹੁ ਮਾਰ ਭੀਖਮ ਕਰਤ ਦੋ ਦਲ ਬਹੁਤੀ ਹੀ ਮਾਰ ਭਿਆਨਕ ਦੋਨਾਂ ਹੀ ਪਾਸਿਆਂ ਤੋਂ ਕਰਦੇ ਪਏ ਨੇ ਸੂਰਮੇ। ਮਰਤ ਸੁਬਟਨ ਮਾਰ ਮਰ ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਨੂੰ ਮਾਰ ਕੇ ਸੂਰਮੇ ਮਰਦੇ ਪਏ ਨੇ। ਕਟਤ ਪ੍ਰਤਨ ਦੇਵ ਦਾਨੂ ਦੇਵਤਿਆਂ ਤੇ ਦੰਤਾਂ ਦੀ ਫੌਜ ਕੱਟੀ ਜਾ ਰਹੀ ਹੈ। ਜੁਧ ਦਾਰਨ ਪਰਸ ਪਰ ਪਰਸ ਪਰ ਆਪ
ਆਪਸ ਦੇ ਵਿੱਚ ਭਿਆਨਕ ਯੁੱਧ ਕਰਦੇ ਪਏ ਨੇ। ਨਚਤ ਈਸ ਕਪਾਲ ਭੈਰਵ। ਹਾਂ, ਈਸ ਕਪਾਲ ਤੇ ਭੈਰੋ ਆਦਿਕ ਨੱਚਦਾ ਪਿਆ ਏ, ਕਿਉਂਕਿ ਉਹਨਾਂ ਨੂੰ ਚਾਅ ਏ ਵੀ ਸੂਰਮੇ ਮਰਨ ਤੇ ਸੂਰਮਿਆਂ ਦਾ ਖੂਨ ਪੀਏ। ਨਚਤ ਤੱਤੇ ਨੂੰ ਸਿਹਾਰੀ ਹੈ, ਚੱਚੇ ਨੂੰ ਨਹੀਂ। ਡੀਅਰ ਜੁਗਨ ਹਰਖ ਭਰ। ਡੀਅਰ ਡੈਣਾ ਜੋਗਣੀਆਂ ਹਰਖ ਖੁਸ਼ੀ ਭਰ ਭਰ ਕੇ ਨਾ ਮਨ ਵਿੱਚ ਨੱਚਦੀਆਂ ਪਈਆਂ ਨੇ, ਹੱਥ ਵਿੱਚ ਖੱਪਰ ਫੜ ਫੜ ਕੇ, ਲਹੂ ਪੀ ਪੀ ਕੇ ਬੜੇ ਉਹਨਾਂ ਨੇ ਝੋਟਿਆਂ ਵਰਗੇ ਤਗੜੇ ਸਰੀਰ ਵਧਾਏ ਨੇ ਖਾ ਖਾ ਕਰਕੇ। ਬਹਿਤ ਸਰਤਾ ਸਰੌਨ ਪ੍ਰਬਲ। ਸਾਹਿਬ ਜੀ ਕਹਿੰਦੇ ਸੂਰਮਿਆਂ ਦੇ ਜਦੋਂ ਤਲਵਾਰਾਂ ਲੱਗਦੀਆਂ ਏ ਨਾ ਤੇ ਸਰਤਾ ਮਹਿਣੇ ਨਦੀ, ਪ੍ਰਬਲ ਮਹਿਣੇ ਬਲ ਦੇ ਨਾਲ ਬੜੀ ਤੇਜ਼ ਖੂਨ ਦੀ ਚੱਲਦੀ ਹੈ, ਤੇ ਜੋਗਣੀਆਂ ਭਰ ਭਰ ਕੇ ਲਹੂ ਪੀਂਦੀਆਂ ਨੇ, ਖੁਸ਼ੀ ਦੇ ਨਾਲ ਨੱਚਦੀਆਂ ਪਈਆਂ ਨੇ। ਗੀਤ ਬੈਤਲ ਅਚਤ ਸਰ ਮਹਿਣੇ ਨਦੀ ਨੂੰ, ਅਚਤ ਮਹਿਣੇ ਛਕਦੀਆਂ ਨੇ। ਕੌਣ ਛਕਦੀਆਂ ਨੇ? ਗੀਤ ਗਿਲਜਾਂ ਤੇ ਬੈਤਲ ਬੈਤਾਲ। ਬੇਸਨ ਪਦ ਸ਼ੰਤ ਕਸ਼ੇਲੀ ਕਬਿਓ ਬਾਚ ਸ਼ਲੋਕ। ਹਾਂ, ਮਹਾਰਾਜ ਕਲਗੀਧਰ ਜੀ ਇੱਥੇ ਖਾਸ ਆਪਣੇ ਵੱਲੋਂ ਜੰਗ ਦਾ ਹਾਲ ਦੱਸਦੇ ਨੇ। ਕਸ਼ੇਲੀ ਤੇ ਵੀ ਡੰਡੇ ਨੇ, ਤੇ ਮਸਤੂਆਣੇ ਸਾਹਿਬ ਵਾਲੀ ਬੀੜ ਦੇ ਵਿੱਚ ਬਾਚ ਤੇ ਵੀ ਡੰਡੇ ਨੇ। ਮਾਤਾ ਜੀ ਗਿਆਨੀ ਚੰਦਾ ਸਿੰਘ ਜੀ ਇਤਿਆਦਿਕ ਸਾਰੀਆਂ ਬੀੜਾਂ ਵਿੱਚ ਰਾਗਾਂ ਦੇ ਸਿਰਲੇਖ ਅੱਡ ਨੇ। ਕਲਗੀਧਰ ਵੱਲੋਂ ਜੋ ਕਬਿਓ ਬਾਚ ਆਇਆ ਉਹਦਾ ਸਿਰਲੇਖ ਅੱਡ ਹੀ ਆਉਂਦਾ ਹੈ, ਜੋ ਜੋਗ ਅੱਡ ਹੀ ਹੈ। ਕਬਿਓ ਬਾਚ ਬੇਨਤੀ ਚੌਪਈ, ਬੇਨਤੀ ਦੇ ਉੱਪਰ ਜਿਵੇਂ ਡੰਡੇ ਆਉਂਦੇ ਨੇ ਫਿਰ ਚੌਪਈ ਆਉਂਦਾ ਏ। ਜਿਵੇਂ ਦਸਮ ਵਿੱਚ ਰੀਤੀ ਹੈ, ਅਸੀਂ ਸਰਬਲੋ ਵਿੱਚ ਵੀ ਰੀਤੀ ਜਾਣਨੀ। ਕਹੀ ਕਥਾ ਇਤ ਯੁੱਧ ਕੀ। ਇਧਰ ਮਹਾਰਾਜ ਕਲਗੀਧਰ ਜੀ ਕਹਿੰਦੇ ਗੁਰੂ ਖਾਲਸਾ ਜੀ ਤੁਹਾਨੂੰ ਅਸਾਂ ਨੇ ਯੁੱਧ ਦੀ ਕਥਾ ਦੱਸ ਦਿੱਤੀ ਹੈ। ਦੋ ਦਲ ਸਮਰ ਹੰਕਾਰ। ਹਾਂ, ਦੋਨੇ ਹੀ ਪਾਸਿਆਂ ਦਾ ਜੋ ਦਲ ਹੈ ਉਹਨਾਂ ਦੇ ਮਨ ਵਿੱਚ ਜੰਗ ਕਰਨ ਦਾ ਬਹੁਤਾ ਹੰਕਾਰ ਹੈ। ਉਹਨਾਂ ਨੂੰ ਇਹ ਹੈ ਵੀ ਅਸੀਂ ਜੰਗ ਜਿੱਤਾਂਗੇ, ਉਹਨਾਂ ਨੂੰ ਇਹ ਹੈ ਵੀ ਅਸੀਂ ਜੰਗ ਜਿੱਤਾਂਗੇ। ਸਮਰ ਹੰਕਾਰ ਉਹਨੂੰ ਕਹਿੰਦੇ ਨਾ ਸੂਰਮਿਆਂ ਨੂੰ ਯੁੱਧ ਜਿੱਤਣ ਦਾ ਹੰਕਾਰ ਹੋਵੇ, ਤੇ ਐਸੇ ਯੁੱਧ ਨੂੰ ਜਿੱਤਣ ਦਾ ਹੰਕਾਰ ਕਰਨ ਵਾਲੇ ਦੋਨੋਂ ਹੀ ਦਲ ਨੇ। ਇਹ ਕਥਾ ਤੁਹਾਨੂੰ ਦੱਸ ਦਿੱਤੀ ਵੀ ਕਿਵੇਂ ਇੱਕ ਦੂਜੇ ਉੱਪਰ ਮਾਰ ਧਾੜ ਕਰਦੇ ਪਏ ਨੇ। ਉਤਹਿ ਕਥਾ ਜਿਹ ਬਿਦ ਭਈ। ਕਲਗੀਧਰ ਜੀ ਕਹਿੰਦੇ ਉਧਰ ਜਿਵੇਂ ਕਥਾ ਹੋਈ ਬੀਰੇਨਾਥ ਦੇ ਕੋਲ ਉਹਦੇ ਪੁੱਤਰਾਂ ਦੀਆਂ ਲਾਸ਼ਾਂ ਉਪੜੀਆਂ, ਤੇ ਉਹ ਕਥਾ ਹੁਣ ਖਾਲਸਾ ਜੀ ਸੁਣੋ ਮਨ ਬਿਰਤੀ ਲਾ ਕਰਕੇ। ਪਾਖੋਂ ਸਕਲ ਸੁਧਾਰ। ਸਾਰੀ ਕਥਾ ਨੂੰ ਮੈਂ ਸੁਧਾਰ ਕੇ ਕਹਿਣਾ ਹੈ ਗੁਰੂ ਖਾਲਸਾ ਜੀ, ਧਿਆਨ ਲਾ ਕਰਕੇ ਉਹ ਕਥਾ ਸੁਣਨਾ ਕਰੋ। ਸ਼ੰਤ ਪਹੁੰਚਿਓ ਦੂਤ ਦਰਬਾਰ। ਜਿਹੜਾ ਦੂਤ ਸੀ ਉਹ ਜਾ ਕਰਕੇ ਦਰਬਾਰ ਵਿੱਚ ਉਪੜਿਆ ਏ। ਕੋਰਨ ਮ੍ਰਿਤਕ ਲੈ। 60,000 ਪੁੱਤਰਾਂ ਦੀਆਂ ਲਾਸ਼ਾਂ ਮਰਿਆ ਹੋਇਆਂ ਦੀਆਂ ਲੈ ਕਰਕੇ। ਉਸ਼ਟਨ ਬਾਰ ਤਾਬੂਤ। ਹਾਂ, ਉਸ਼ਟਨ ਊਠਾਂ ਦੇ ਉੱਪਰ, ਬਾਰ ਮੈਨੇ ਭਾਰ, ਤਾਬੂਤ ਮੈਨੇ ਸੰਦੂਖ। 60,000 ਮ੍ਰਿਤਕ ਸੰਦੂਖਾਂ ਦਾ ਭਾਰ ਊਠਾਂ ਦੇ ਲੱਦ ਕਰਕੇ ਉਪੜਿਆ ਏ। ਕੋਰਨ ਮ੍ਰਿਤਕ ਲੈ, ਲੱਲੇ ਨੂੰ ਦਲਾਵਾਂ ਨੇ ਕਰ ਲੈਣੀਆਂ ਜੀ। ਕੀਨ ਪਹਿਰੂਆ। 60 ਸਹੰਸਰ ਕਹਿ 60,000 ਤਾਬੂਤਾਂ ਦੇ ਭਾਰ ਨੂੰ ਊਠਾਂ ਦੇ ਉੱਪਰ ਕਰਕੇ ਲੱਦ ਕਰਕੇ ਤੇ ਬੀਰੇਨਾਥ ਦੇ ਦਰਬਾਰ ਦੇ ਵਿੱਚ ਉਪੜਿਆ ਏ। ਕੀਨ ਪਹਿਰੂਆ ਖਬਰ ਨਿਰਪ ਪਹਿ। ਹਾਂ, ਜਦੋਂ ਰਾਜੇ ਬੀਰੇਨਾਥ ਦੇ ਦਰਵਾਜ਼ੇ ਦੇ ਉੱਪਰ ਗਿਆ ਦੂਤ ਜੰਗ ਦੇ ਮੈਦਾਨ ਵਿੱਚੋਂ ਤਾਬੂਤ ਲੈ ਕਰਕੇ, ਤੇ ਪਹਿਰੂਆ ਜਿਹੜਾ ਪਹਿਰੇਦਾਰ ਸੀ ਉਹਨੇ ਜਾ ਕੇ ਬੀਰੇਨਾਥ ਨੂੰ ਖਬਰ ਕੀਤੀ। ਕਹਿਣ ਲੱਗਾ ਮਹਾਰਾਜ ਤੁਹਾਡੇ ਪੁੱਤਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ, ਬੜੀ ਦੁੱਖ ਦੀ ਖਬਰ ਹੈ। ਤੇ ਦੂਤ ਲਾਸ਼ਾਂ ਲੈ ਕੇ ਆਇਆ ਏ, ਤੇ ਜੰਗ ਦੇ ਮੈਦਾਨ ਦੀ ਇਹ ਸੂਹ ਲੈ ਕੇ ਆਇਆ ਏ, ਕਨਸੋ ਲੈ ਕੇ ਆਇਆ ਏ। ਇਸ ਤਰ੍ਹਾਂ ਖਬਰ ਕੀਤੀ। ਪਹਿਰੂਆ ਰਾਰੇ ਨੂੰ ਦਲੰਕਣਾ, ਐੜੇ ਨੂੰ ਕੰਨਾ। ਪਹਿਰੂਆ ਇਹ ਪਾਠ ਗੁਰੂ ਖਾਲਸਾ ਜੀ ਠੀਕ ਕਰ ਲੈਣਾ। ਲੈ ਆਇਓ ਦੂਤ ਤਾਬੂਤ ਭੇ। ਮਹਾਰਾਜ ਸਾਹਿਬ ਜੀ ਦੂਤ ਲੈ ਕੇ ਆਇਆ ਤੁਹਾਡੇ ਮਰੇ ਪੁੱਤਰਾਂ ਦੇ ਜੋ ਤਬੂਤ ਨੇ ਉਹਨਾਂ ਨੂੰ ਲੈ ਕਰਕੇ ਆਇਆ ਹੈ। ਮ੍ਰਿਤਕ ਕੁਵਰਨ ਸਮਰ ਜੂਝੇ। ਹਾਂ, ਜਿਹੜੇ ਤੁਹਾਡੇ ਪੁੱਤਰ ਜੰਗ ਦੇ ਮੈਦਾਨ ਵਿੱਚ ਜੂਝ ਗਏ ਨੇ
ਉਹਨਾਂ ਦੀਆਂ ਮਰਿਆ ਹੋਈਆਂ ਦੀਆਂ ਲਾਸ਼ਾਂ ਆਈਆਂ ਨੇ। ਹਾਨ ਨਿਸ਼ਚਰ ਪੂਤ ਭੇ, ਹਾਂ, ਨਿਸ਼ਚਰ ਪੂਤ ਆਪ ਜੀ ਦੇ ਪੁੱਤਰਾਂ ਦੀ ਹਾਨੀ ਹੋ ਗਈ ਹੈ ਜੰਗ ਦੇ ਮੈਦਾਨ ਵਿੱਚ। ਸੁਨ ਮਾਥ ਤੁਨਿਓ ਰੋਸ ਕੀਨੋ, ਵੀਰਨਾਥ ਨੂੰ ਜਦੋਂ ਪਤਾ ਲੱਗਾ ਵੀ ਮੇਰੇ 60,000 ਪੁੱਤਰ ਜਾਨ ਤੋਂ ਪਿਆਰੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ, ਤੇ ਉਹਨੇ ਸੁਣ ਕੇ ਆਪਣੇ ਮੱਥੇ ਨੂੰ ਧੁਨਿਓ ਹਿਲਾਇਆ ਏ ਤੇ ਬੜਾ ਰੋਸ ਕੀਤਾ ਏ। ਜਦੋਂ ਦੁੱਖ ਦਾ ਸਮਾਂ ਹੁੰਦਾ ਏ ਨਾ, ਬੰਦਾ ਫਿਰ ਸਿਰ ਹਿਲਾਉਂਦਾ ਏ, ਕਹਿੰਦਾ ਤੋਬਾ ਤੋਬਾ, ਹਾਏ ਕੀ ਹੋ ਗਿਆ। ਇਸ ਤਰੀਕੇ ਨਾਲ ਆਪਣੇ ਮੱਥੇ ਨੂੰ ਸਿਰ ਨੂੰ ਹਿਲਾਉਣਾ ਕੀਤਾ ਏ। ਕਹਿਓ ਲੈ ਆਵੋ ਦੂਤ ਹੀ, ਹਾਂ, ਬੜਾ ਰੋਸ ਕੀਤਾ ਏ। ਰੋਸ ਹੁੰਦਾ ਏ ਗੁੱਸੇ ਦੇ ਸਹਿਤ ਦੁੱਖ ਕਰਨਾ। ਬੜਾ ਰੋਸ ਕੀਤਾ ਏ ਤੇ ਕਹਿਣ ਲੱਗਾ ਛੇਤੀ ਦੇ ਨਾਲ ਉਸ ਦੂਤ ਨੂੰ ਲਿਆਵੋ, ਨਾਲ ਮੇਰੇ ਪੁੱਤਰਾਂ ਦੀਆਂ ਮਰਿਆ ਹੋਇਆਂ ਦੀਆਂ ਲਾਸ਼ਾਂ ਲਿਆਵੋ, ਮੈਂ ਆਪਣੇ ਮਰੇ ਪੁੱਤਰਾਂ ਦਾ ਆਖਰੀ ਵਾਰ ਮੂੰਹ ਦੇਖ ਲਵਾਂ। ਕਰਤ ਰੋਦਨ ਦੂਤ ਆਇਓ, ਜਦੋਂ ਦੂਤ ਆਇਆ ਨਾ ਵੀਰਨਾਥ ਦੇ ਦਰਬਾਰ ਵਿੱਚ, ਫਿਰ ਉਹ ਵੀਰਨਾਥ ਨੂੰ ਵੇਖ ਕੇ ਉੱਚੀ ਦਨੀ ਕੂਕ ਮਾਰ ਕੇ ਰੋਇਆ ਏ, ਪਿੱਟਿਆ ਹੈ, ਰੋਂਦਾ ਆਇਆ, ਹਾਏ ਮਹਾਰਾਜ ਸ਼ਿਵ ਨੇ ਸਾਡੇ ਨਾਲ ਕੀ ਕਰ ਦਿੱਤਾ ਏ। ਤਾਬੂਤ ਲੈ ਨਿਰਪ ਪੂਤ ਹੀ, ਤਾਬੂਤ ਲੈ ਕਰਕੇ ਆਇਆ ਏ ਰਾਜੇ ਦੇ ਪੁੱਤਰਾਂ ਦੇ ਹੀ ਨਿਸ਼ਚੇ ਕਰਕੇ। ਸ਼ੱਕਾ ਇੱਕ, ਛਿਆਂ ਦਾ ਇੱਕ ਸ਼ਬਦ ਮਹਾਰਾਜ ਨੇ ਇੱਥੇ ਪੂਰਾ ਕਰ ਦਿੱਤਾ ਏ। ਬੇਸਨ ਪਾਦ ਕਸ਼ੇਲੀ ਸ਼ੰਤ ਦੂਜੀ ਤਰਹਿ, ਦੂਤ ਬਾਚ ਰਾਏ ਪ੍ਰਤ। ਹਾਂਜੀ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਲਿਖਦੇ ਤੇ ਕਸ਼ੇਲੀ ਰਾਗ ਦੇ ਵਿੱਚ ਸ਼ਾਂਤੀ ਨੇ, ਬਿਸਨਪਦ ਕਸ਼ੇਲੀ ਸ਼ੰਤ। ਇਹ ਕਸ਼ੇਲੀ ਰਾਗ ਦੇ ਵਿੱਚ ਸ਼ੰਤ ਲਿਖਦੇ ਪਏ ਨੇ ਬਿਸਨਪਦਿਆਂ ਵਿੱਚ, ਪਰ ਦੂਜੀ ਤਰ੍ਹਾਂ ਥੋੜਾ ਜਿਹਾ ਫਰਕ ਪਾ ਕੇ ਮਹਾਰਾਜ ਸਾਹਿਬ ਜੀ ਲਿਖਦੇ ਨੇ ਅੱਗੇ ਨਾਲੋਂ। ਇੱਥੇ ਦੋ ਡੰਡੇ ਲੱਗੇ ਹੋਏ ਨੇ, ਦੂਤ ਬਾਚ ਰਾਏ ਪ੍ਰਤ। ਦੂਤ ਨੇ ਮਹਾਰਾਜ ਕਹਿੰਦੇ ਆ ਵੀ ਆ ਕੇ ਕੂਕ ਮਾਰੀ, ਤੇ ਫਿਰ ਅੱਗੇ ਰਾਏ ਵੀਰਨਾਥ ਦੇ ਤਾਈ ਜਿਵੇਂ ਕਹਿਣਾ ਕੀਤਾ ਹੈ, ਪ੍ਰਤ ਮੈਨੇ ਤਾਈ ਜਿਵੇਂ ਕਹਿਣਾ ਕੀਤਾ ਰਾਜੇ ਦੇ ਤਾਈ, ਉਹ ਖਾਲਸਾ ਜੀ ਕੰਨ ਲਾ ਕੇ ਸੁਣਨਾ ਕਰੋ। ਕਹੀ ਵਾਰਤਾ ਸਕਲ, ਸਾਰੀ ਗੱਲ ਦੱਸੀ ਯੁੱਧ ਦੇ ਮੈਦਾਨ ਦੀ। ਦੂਤ ਨੇ ਮਹਾਰਾਜ ਦੇਵਤਿਆਂ ਦਾ ਜ਼ੋਰ ਪੈ ਗਿਆ ਏ ਤੇ ਦੈਂਤਾਂ ਦੀ ਹਾਨੀ ਹੋਈ ਹੈ। ਮੰਤਰੀਆਂ ਅਰਜ ਸਭ, ਜਿਸ ਤਰੀਕੇ ਨਾਲ ਮੰਤਰੀਆਂ ਨੇ ਸਾਰੀ ਅਰਜ ਲਿਖ ਕੇ ਭੇਜੀ ਸੀ, ਬੇਨਤੀਆਂ ਕੀਤੀਆਂ ਸਨ, ਅਰਜ਼ਾਂ ਗੁਜ਼ਾਰੀਆਂ ਸਨ, ਉਹ ਸਾਰੀ ਅਰਜ਼ ਗੁਜ਼ਾਰੀ ਆ ਕੇ ਦੂਤ ਨੇ ਰਾਜੇ ਵੀਰਨਾਥ ਨੂੰ ਕਹਿਣਾ ਕੀਤੀ। ਪਠੀ ਪੱਤਰ ਕਾ ਸ਼ੋਰ, ਫਿਰ ਵੀਰਨਾਥ ਦੇ ਦਰਬਾਰ ਦੇ ਵਿੱਚ ਖਲੋ ਕੇ ਸ਼ੋਰ ਆਰੰਭ ਤੋਂ ਸਾਰੀ ਪੱਤਰਕਾ ਚਿੱਠੀ ਪੜ੍ਹੀ ਤੇ ਵੀਰਨਾਥ ਨੂੰ ਸੁਣਾਉਣਾ ਕੀਤੀ। ਹਕੀਕਤ ਯੁੱਧ ਹੱਬ ਮੈਨੇ ਸਾਰੀ ਹਕੀਕਤ ਮੈਨੇ ਸਚਾਈ ਯੁੱਧ ਦੀ ਦੱਸੀ ਕਿ ਯੁੱਧ ਦੀ ਹੁਣ ਕੀ ਹਕੀਕਤ ਹੈ, ਕੀ ਖਬਰਸਾਰ ਹੈ, ਕੀ ਉੱਥੋਂ ਦੀ ਅਸਲੀਅਤ ਹੈ। ਉਪਜਿਓ ਦਾਰਨ ਸੋਕ, ਹਾਂ, ਰਾਜੇ ਵੀਰਨਾਥ ਨੇ ਜਦੋਂ ਸੁਣਿਆ ਵੀ ਦੇਵਤਿਆਂ ਦੀ ਹਾਰ ਤੇ ਦੇਵਤਿਆਂ ਦੀ ਜਿੱਤ ਤੇ ਦੈਂਤਾਂ ਦੀ ਹਾਰ ਹੋ ਰਹੀ ਹੈ, ਤੇ ਉਸ ਵਕਤ ਉਹਦੇ ਮਨ ਵਿੱਚ ਬਹੁਤਾ ਭਿਆਨਕ ਸ਼ੋਕ ਦੁੱਖ ਉਪਜਿਆ ਏ। ਫਟਿਓ ਔਰ ਮ੍ਰਿਤਕ ਪੁੱਤਰ ਪਿਖ, ਉਹਦਾ ਹਿਰਦਾ ਫਟ ਗਿਆ ਏ ਆਪਣੇ ਮਰੇ ਹੋਏ ਪੁੱਤਰਾਂ ਦੇ ਮੂੰਹ ਵੇਖ ਕਰਕੇ। ਜਰ ਗਇਓ ਆਠ ਅੰਗ, ਮਹਾਰਾਜ ਕਲਗੀਧਰ ਜੀ ਕਹਿੰਦੇ 8 ਅੰਗ ਉਹਦੇ ਸੜ ਗਏ, ਗੋਡੇ, ਪੈਰ, ਹੱਥ, ਛਾਤੀ, ਸਿਰ, ਬਾਣੀ, ਦ੍ਰਿਸ਼ਟੀ ਤੇ ਅੰਤःਕਰਨ, ਇਹ ਗੁਰੂ ਖਾਲਸਾ ਜੀ 8 ਅੰਗ ਨੇ। ਗੋਡੇ ਵੀ ਥੱਲੇ ਲੱਗੇ ਹੋਣ, ਪੈਰ ਵੀ, ਹੱਥ ਵੀ, ਫਿਰ ਗੁਰੂ ਖਾਲਸਾ ਜੀ ਛਾਤੀ ਵੀ ਲੱਗੀ ਹੋਵੇ, ਸਿਰ ਵੀ ਧਰਤੀ ਦੇ ਉੱਪਰ ਲੱਗਾ ਹੋਵੇ, ਤੇ ਬਾਣੀ ਵੀ ਇਸ਼ਟ ਦੇਵਤਾ ਦੀ ਚਰਨਾਂ ਦੇ ਵਿੱਚ ਲੱਗੀ ਹੋਏ, ਧਰਤੀ ਦੇ ਉੱਪਰ ਮੂੰਹ ਲਾ ਕਰਕੇ ਤੇ ਇਸ਼ਟ ਦੇਵਤੇ ਦਾ ਨਾਮ ਉਚਾਰਨ ਕਰਨਾ, ਤੇ ਦ੍ਰਿਸ਼ਟੀ ਗੁਰੂ ਖਾਲਸਾ ਜੀ ਅੱਖਾਂ ਵੀ ਧਰਤੀ ਦੇ ਉੱਪਰ ਹੀ ਲੱਗੀਆਂ ਹੋਣ, ਤੇ ਮਨ ਵੀ ਇਸ਼ਟ ਦੇਵ ਦੇ ਚਰਨਾਂ ਵਿੱਚ ਹੀ ਲੱਗਾ ਹੋਵੇ। ਇਹਨੂੰ ਮਹਾਨ ਕੋਸ਼ ਵਿੱਚ ਦੰਡਵਤ ਪ੍ਰਣਾਮ ਲਿਖਿਆ ਹੈ। ਇਹ ਦੰਡਵਤ ਪ੍ਰਣਾਮ ਲੰਮੇ ਪੈ ਕੇ ਮੱਥਾ ਟੇਕਣਾ, ਇਹਦੇ 8 ਅੰਗ ਨੇ। ਇਹ 8 ਅੰਗ ਗੁਰੂ ਖਾਲਸਾ ਜੀ ਉਹਦੇ ਸੜ ਗਏ ਨੇ। ਜਦੋਂ ਉਹਨੇ ਸੁਣਿਆ ਤੇ ਆਪਣੇ ਵੇਖਿਆ ਪੁੱਤਰਾਂ ਦੀਆਂ ਲਾਸ਼ਾਂ ਦੇ ਤਾਈ,
ਫਿਰ ਗੁਰੂ ਖਾਲਸਾ ਜੀ ਯੋਗ ਦੇ ਵੀ 8 ਅੰਗ ਨੇ, ਪ੍ਰਾਣਾਯਾਮ ਹੈ, ਧੋਤੀ ਨੇਤੀ ਆਦਿਕ ਹੈ। ਉਹ ਗੁਰੂ ਖਾਲਸਾ ਜੀ ਉਹਦੇ ਸੜ ਗਏ ਨੇ, ਕਿਉਂਕਿ ਦੈਂਤ ਜਿਹੜੇ ਨੇ ਇਹ ਵੀ ਯੋਗ ਮਤ ਦੇ ਅਨੁਸਾਰ ਹੀ ਤਪੱਸਿਆ ਕਰਦੇ ਨੇ, ਕਠਿਨ ਤਪੱਸਿਆ ਨੂੰ ਸਾਧਦੇ ਨੇ। ਇਸ ਵਾਸਤੇ ਉਹਦੇ 8 ਅੰਗ ਮਹਾਰਾਜ ਸਾਹਿਬ ਜੀ ਨੇ ਲਿਖੇ ਹਨ। ਸ਼ੋਭ ਕੀਨਤ ਹਿਰਦੈ ਝਿਖ, ਝਿਖ ਮੈਨੇ ਖਿੱਝ ਕਰਕੇ ਹਿਰਦੇ ਦੇ ਵਿੱਚ ਉਹਨੇ ਗੁੱਸਾ ਕੀਤਾ ਏ, ਉਹਨੇ ਆਪਣੇ ਹਿਰਦੇ ਵਿੱਚ ਸ਼ੁਭ ਮੈਨੇ ਦੁੱਖ ਕੀਨਤ ਕੀਤਾ ਏ। ਬੀਰਜ ਨਾਦ ਬਾਚ ਸਭਾ ਪ੍ਰਤ, ਹਾਂ ਬੀਰਯਨਾਦ ਨੇ ਆਪਣੀ ਸਭਾ ਦੇ ਤਾਈਂ ਫਿਰ ਕਹਿਣਾ ਕੀਤਾ ਏ। ਪ੍ਰਬਲ ਭਇਓ ਸੁਰ ਰਾਜ, ਮਹਾਰਾਜ ਜੀ ਕਹਿੰਦੇ ਵੀ ਬੀਰਯਨਾਦ ਕਹਿਣ ਲੱਗਾ ਜਿਹੜਾ ਇੰਦਰ ਹੈ ਹੁਣ ਬਹੁਤਾ ਹੀ ਬਲ ਵਾਲਾ ਹੋ ਗਿਆ ਏ। ਸਰਬ ਲੋਕੇ ਕੁਮਕ ਤੇ, ਉਹਦੇ ਵਿੱਚ ਤੇ ਪਹਿਲਾਂ ਕੋਈ ਬਲ ਨਹੀਂ ਸੀ। ਕਈ ਵਾਰ ਮੈਂ ਸਿਰੋਂ ਪਕੜ ਕੇ ਉਹਨੂੰ ਜੰਗ ਦੇ ਮੈਦਾਨ ਵਿੱਚ ਧੂਇਆ ਸੀ, ਪਰ ਸਰਬਲੋ ਦੀ ਕੁਮਕ ਮੈਨੇ ਮਦਦ ਕਰਕੇ ਉਹਨੂੰ ਆਪਣੇ ਆਪ ਵਿੱਚ ਬੜਾ ਤਾਕਤਵਰ ਹੋਇਆ ਏ, ਬੜਾ ਆਪਣੇ ਆਪ ਨੂੰ ਤਾਕਤਵਰ ਉਹ ਮਹਿਸੂਸ ਕਰਦਾ ਪਿਆ ਏ। ਹੱਥ ਪੇ ਸਕਲ ਕੁਮਾਰ ਮਮ, ਹਾਂ ਉਸਨੇ ਮੇਰੇ ਸਾਰੇ ਹੀ 60,000 ਪੁੱਤਰ ਮਾਰ ਦਿੱਤੇ ਨੇ ਜਿਹੜੇ ਮੈਂ ਜੰਗ ਦੇ ਮੈਦਾਨ ਵਿੱਚ ਭੇਜਣਾ ਕੀਤੇ ਸਨ। ਸੋ ਮਗਵਾ ਸੁਤਨ ਤੇ, ਸੋ ਭਲੀ ਪ੍ਰਕਾਰ ਮਗਵਾ ਸੁਤਨ ਇੰਦਰ ਦੇ ਪੁੱਤਰਾਂ ਤੋਂ ਮੇਰੇ 60,000 ਜਿਹੜੇ ਪੁੱਤਰ ਨੇ ਉਹ ਮੌਤ ਨੂੰ ਪਿਆਰੇ ਹੋ ਗਏ ਹਨ, ਉਹ ਮਰ ਗਏ ਨੇ, ਉਹ ਨਾਸ਼ ਹੋ ਗਏ ਹਨ। ਤੇ ਇਹ ਸਾਰਾ ਸਰਬਲੋ ਦਾ ਪ੍ਰਤਾਪ ਹੈ। ਸਰਬਲੋ ਦੇ ਪ੍ਰਤਾਪ ਕਰਕੇ ਇੰਦਰ ਇੰਨਾ ਤਾਕਤਵਰ ਹੋਇਆ ਏ। ਬੇਸਨ ਪਦ ਕਸ਼ੇਲੀ ਸਾਨੀ, ਲੀਨੋ ਬੋਲ ਸਿਪਾਹ, ਹਾਂ ਉਹਨੇ ਆਪਣੇ ਸਿਪਾਹੀਆਂ ਨੂੰ ਕੋਲ ਸੱਦ ਲੈਣਾ ਕੀਤਾ। ਦੁਬਹੀਆ ਤੁਰਤ ਪਟ, ਦੁਬਈਆ ਜਿਨ੍ਹਾਂ ਦੀਆਂ ਦੋਵਾਂ ਬਾਹਾਂ ਵਿੱਚ ਬਲ ਸੀ, ਤੁਰਤ ਛੇਤੀ ਦੇ ਨਾਲ ਉਹ ਯੋਧੇ ਸੂਰਮੇ ਕੋਲ ਆ ਗਏ ਨੇ ਬੀਰਯਨਾਦ ਦੇ। ਆਸ ਗਜ ਪਾਇਕ ਉਸ਼ਟ, ਘੋੜਿਆਂ ਹਾਥੀਆਂ ਤੇ ਪੈਦਲ ਤੇ ਊਠਾਂ ਵਾਲੀ ਬਹੁਤ ਸਾਰੀ ਹੀ ਇਕੱਠੀ ਹੋ ਗਈ ਹੈ। ਸਯੰਦਨ ਸੁਬਟ ਘਟ, ਘਟ ਕਹੀਏ ਨਾਲ ਹੀ ਸੁਬਟ ਚੰਗੇ ਯੋਧੇ ਰਥਾਂ ਵਾਲੇ ਉਹ ਵੀ ਆ ਗਏ ਹਨ। ਤਿਹ ਸੰਗ ਦੀਨੋ ਕੁਮਾਰ, ਉਹਨਾਂ ਦੇ ਨਾਲ ਉਹਨੇ ਆਪਣੇ ਪੁੱਤਰ ਦੇਣਾ ਕੀਤੇ ਬੀਰਯਨਾਦ ਨੇ, ਕਿਹਾ ਕਿ ਇਹ ਤੁਹਾਡੇ ਸੈਨਾਪਤੀ ਨੇ ਮੇਰੇ ਹੋਰ ਪੁੱਤਰ ਜਿਹੜੇ ਉਹਦੇ ਬਚੇ ਸਾਨੂੰ ਜੰਗ ਦੇ ਮੈਦਾਨ ਨੂੰ ਭੇਜੇ ਹਨ। ਦੀਨੋ ਨਨੇ ਨੂੰ ਔਂਕੜ ਜਗਾ ਕੇ ਪੜ੍ਹਨੀ ਹੈ। ਲੱਖ ਇੱਕ ਪੁੱਤਰ ਬਿਗਟ ਆਤ, ਸਾਹਿਬ ਕਲਗੀਧਰ ਜੀ ਕਹਿੰਦੇ 1 ਲੱਖ ਪੁੱਤਰ ਜੰਗ ਦੇ ਮੈਦਾਨ ਨੂੰ ਭੇਜਿਆ ਏ। ਜਿਹੜਾ ਬਹੁਤਾ ਹੀ ਬਿਕਟ ਹੈ, ਡਰਾਉਣਾ ਏ, ਆਤਮਾ ਨੇ ਬਹੁਤਾ ਹੀ ਡਰਾਉਣੇ ਨੇ ਜਿਹੜੇ 1 ਲੱਖ ਹੈ ਉਹਨਾਂ ਦੀ ਗਿਣਤੀ। ਸ਼ਾਸਤਰ ਅਸਤਰ ਬਹੁ ਭਾਂਤ, ਸ਼ਾਸਤਰ ਅਸਤਰ ਬਹੁਤੇ ਭਾਂਤਾਂ ਦੇ ਉਹਨਾਂ ਦੇ ਹੱਥਾਂ ਵਿੱਚ ਪਕੜਾ ਕਰਕੇ। ਸਾਜ ਰਨ ਸੁਭਗ ਬਚਿਤਰਤ, ਹਾਂ ਬਚਿਤਰਤ ਮੈਨੇ ਬਚਿੱਤਰ ਅਤ, ਜੋ ਬਹੁਤ ਹੀ ਅਲੌਕਿਕ ਇਹ ਜੰਗ ਦੇ ਮੈਦਾਨ ਦਾ ਰਾਜ ਸਾਜ ਸੀ, ਉਹ ਸੋਹਣਾ ਰਾਜ ਸਾਜ ਦੇ ਕਰਕੇ ਜੰਗ ਦੇ ਮੈਦਾਨ ਨੂੰ ਭੇਜਣਾ ਕੀਤਾ ਏ। 30 ਪਦਮ ਭਟ ਸਾਥ, 30 ਪਦਮ ਸੂਰਮੇ ਨਾਲ ਭੇਜੇ ਨੇ 1 ਲੱਖ ਪੁੱਤਰਾਂ ਦੇ ਜੰਗੀ ਸੂਰਮੇ ਜੰਗ ਦੇ ਮੈਦਾਨ ਨੂੰ। ਕੀਨ ਪੁੱਤਰਨ ਸੰਗ ਦਲਪਤ, ਪੁੱਤਰਾਂ ਦੇ ਨਾਲ ਸੈਨਾਪਤੀ ਕੀਤੇ ਨੇ। 30 ਪਦਮ ਸੂਰਮੇ ਪੁੱਤਰਾਂ ਦੇ ਨਾਲ ਜੰਗੀ ਜਰਨੈਲ ਸੈਨਾਪਤੀ ਫੌਜਾਂ ਦੇ ਕਰਕੇ ਭੇਜੇ ਨੇ। ਮਗ ਦੀਨਿਓ ਦੀਹ ਜੁਝਾਰ, ਹਾਂ ਰਸਤੇ ਵਿੱਚ ਚੱਲਣ ਲਈ ਨਾਲ ਜੁਝਾਰੂ ਸੂਰਮੇ ਬੜੇ ਬੜੇ ਵੱਡੇ ਦਿੱਤੇ ਨੇ। ਫੌਜ ਨਿਸ਼ਚਰ ਭਟ ਅਦਪਤ, ਹਾਂ ਦੰਤਾਂ ਦੀ ਫੌਜ ਤੇ ਫੌਜਾਂ ਦੇ ਅਦਪਤ ਸੈਨਾਪਤੀ ਨਾਲ ਦੇ ਕਰਕੇ ਤੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਨੂੰ ਭੇਜਣਾ ਕੀਤਾ ਏ। ਇਸ ਤਰ੍ਹਾਂ ਫੌਜ ਸਾਰੀ ਇਕੱਠੀ ਕਰਕੇ ਤੋਰ ਦਿੱਤੀ ਹੈ ਜੰਗ ਦੇ ਮੈਦਾਨ ਨੂੰ। ਮਗ ਦੀਨਿਓ ਦੀ ਜੁਝਾਰ, ਮਗ ਦੀਨਿਓ ਗੁਰੂ ਖਾਲਸਾ ਜੀ ਇੱਕ ਮੁਹਾਵਰਾ ਵੀ ਹੈ ਕਿ ਰਸਤਾ ਦਿਖਾ ਦੇਣਾ ਕੀਤਾ, ਭਾਵ ਜੁਝਾਰੂ ਵੱਡੀ ਫੌਜ ਨੂੰ ਰਸਤੇ ਵਿੱਚ ਤੋਰ ਦੇਣਾ ਕੀਤਾ। ਬਹੁਤੀ ਦੰਤਾਂ ਦੀ ਫੌਜ ਤੇ ਦੰਤਾਂ ਦੀ ਫੌਜ ਦੇ ਵੱਡੇ ਵੱਡੇ ਸੈਨਾਪਤੀ 1 ਲੱਖ ਆਪਣਾ ਪੁੱਤਰ ਨਾਲ ਤੋਰ ਦਿੱਤਾ। ਇੱਦਾਂ ਫੌਜ ਨੂੰ ਰਸਤਾ ਦਿਖਾ ਦਿੱਤਾ,
ਭਾਵ ਜੰਗ ਦੇ ਮੈਦਾਨ ਨੂੰ ਤੋਰ ਦੇਣਾ ਕੀਤਾ ਏ। ਬਿਸਨ ਪਦ ਕਸ਼ੇਲੀ ਬੀਰਜਨਾਦ ਬਾਚ ਪਤਰੀ ਮੰਤਰੀਆਂ ਪ੍ਰਤੀ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਵੇਂ ਮੰਤਰੀਆਂ ਨੇ ਜੰਗ ਦਾ ਹਾਲ ਦੱਸਿਆ ਸੀ ਨਾ ਇੱਕ ਚਿੱਠੀ ਰਾਹੀਂ, ਇਸੇ ਤਰ੍ਹਾਂ ਬੀਰਜਨਾਦ ਨੇ ਵੀ ਕਹਿਣਾ ਕੀਤਾ, ਇੱਕ ਚਿੱਠੀ ਲਿਖਾਉਣੀ ਕੀਤੀ ਹੈ ਮੰਤਰੀਆਂ ਦੇ ਤਾਂ ਹੀ। ਇੱਥੇ ਗੁਰੂ ਖਾਲਸਾ ਜੀ ਪ੍ਰਤੀ ਪਾਠ ਮਾਤਾ ਭਾਗੋ ਜੀ ਵਾਲੇ ਸਰੂਪ ਵਿੱਚ ਆਇਆ ਏ, ਤੇ ਗਿਆਨੀ ਚੰਦਾ ਸਿੰਘ ਦੀ ਬੀੜ ਦੇ ਵਿੱਚ ਪ੍ਰਤ ਪਾਠ ਵੀ ਆਇਆ ਏ। ਉਂਝ ਤੇ ਸਾਰੇ ਥਾਵਾਂ ਤੇ ਪ੍ਰਤ ਆਉਂਦਾ ਏ ਛੋਟੀ ਈ ਦੇ ਨਾਲ ਹੀ, ਤੇ ਮਾਤਾ ਭਾਗੋ ਜੀ ਵਾਲੀ ਬੀੜ ਦੇ ਵਿੱਚ ਬੜੀ ਈ ਦੇ ਨਾਲ ਲਿਖਿਆ ਆਇਆ ਏ। ਦੋਨੋਂ ਹੀ ਪਾਠ ਅਨੁਕੂਲ ਨੇ, ਜਿਹੜੀ ਬੀੜ ਵਿੱਚ ਜਿਹੜਾ ਪਾਠ ਹੋਵੇ ਉਹੀ ਪੜ੍ਹ ਲੈਣਾ। ਤੇ ਕਸ਼ੇਲੀ ਇੱਥੇ ਦੋ ਡੰਡੇ ਨੇ, ਹਿੰਦੀ ਦੇ ਲਿਹਾਜ਼ ਦੇ ਨਾਲ ਪ੍ਰਾਤੀ ਠੀਕ ਹੈ ਛੋਟੀ ਨਾਲ ਹੀ, ਤੇ ਪੰਜਾਬੀ ਦੇ ਲਿਹਾਜ਼ ਨਾਲ ਪ੍ਰਤੀ ਇਹ ਬਿਹਾਰੀ ਦੇ ਨਾਲ ਬੜੀ ਈ ਨਾਲ ਲਿਖਿਆ ਹੈ। ਸੋ ਬੀਰੇਨਾਦ ਨੇ ਇੱਕ ਪੱਤਰੀ ਲਿਖੀ ਹੈ ਮੰਤਰੀਆਂ, ਇੱਥੇ ਜਈਆ ਪੂਰਾ ਏ, ਪ੍ਰਤੀ ਮੈਨੇ ਤਾਈ ਮੰਤਰੀਆਂ ਦੇ ਤਾਈ ਚਿੱਠੀ ਲਿਖੀ ਹੈ। ਲਿਖਿਓ ਮੰਤਰੀਆਂ ਡਾਟ। ਮਹਾਰਾਜ ਕਲਗੀਧਰ ਜੀ ਕਹਿੰਦੇ ਮੰਤਰੀਆਂ ਨੂੰ ਡਾਟ ਕਰਕੇ ਲਿਖਣਾ ਕੀਤਾ ਏ। ਮੰਤਰੀਆਂ ਜਈਆ ਪੂਰਾ ਏ। ਗਜ਼ਬ ਪਰੋਖ ਭੂਪ ਕਰ। ਹਾਂ ਪਰੋਖ ਮੈਨੇ ਪ੍ਰਤੱਖ ਹੀ, ਗਜਬ ਮੈਨੇ ਗੁੱਸਾ ਬੀਰੇਨਾਦ ਨੇ ਕਰਕੇ। ਮਾਰੋ ਬੇਗ ਸੁਰਰਾਜ। ਉਹ ਚਿੱਠੀ ਵਿੱਚ ਲਿਖਿਆ ਡਾਟ ਕਰਕੇ, ਬਹੁਤਾ ਗੁੱਸਾ ਕਰਕੇ ਪ੍ਰਤੱਖ ਹੀ ਕਿਹਾ ਤੁਸੀਂ ਮਰ ਗਏ ਹੋ ਜੰਗ ਦੇ ਮੈਦਾਨ ਦੇ ਵਿੱਚ, ਇੰਦਰ ਨੂੰ ਮਾਰਦੇ ਕਿਉਂ ਨਹੀਂ? ਛੇਤੀ ਦੇ ਨਾਲ ਤੁਸੀਂ ਇੰਦਰ ਨੂੰ ਮਾਰਨਾ ਕਰੋ। ਹਨੋ ਦੇਵਨ ਦਲ ਸਰਬਰ ਲੜਾਈ ਦੇ ਵਿੱਚ ਦੇਵਤਿਆਂ ਦੇ ਦਲ ਨੂੰ ਮਾਰਨਾ ਕਰੋ। ਜੀਅਤ ਨਾ ਛੱਡੋ ਇੱਕ ਨੂੰ ਵੀ ਜੰਗ ਦੇ ਮੈਦਾਨ ਵਿੱਚੋਂ ਛੱਡੋ ਨਾ, ਕੱਲਾ ਕੱਲਾ ਚੁਣ ਚੁਣ ਕੇ ਦੇਵਤਾ ਮਾਰ ਸੁੱਟੋ। ਹਨੋ ਚੁਨ ਚੁਨ ਰਿਪ ਸੈਨ ਹੈ। ਹਾਂ ਦੁਸ਼ਮਣਾਂ ਦੀ ਸੈਨਾ ਨੂੰ ਚੁਣ ਚੁਣ ਕੇ ਜੰਗ ਦੇ ਮੈਦਾਨ ਵਿੱਚ ਤੁਸੀਂ ਮਾਰਨਾ ਕਰੋ। ਅਨਹ ਬਾਸਵ ਪਕੜ। ਬਾਸਵ ਇੰਦਰ ਨੂੰ ਸਿਰ ਤੋਂ ਪਕੜ ਕੇ, ਵਾਲਾਂ ਤੋਂ ਪਕੜ ਕੇ ਤੇ ਮੇਰੇ ਦਰਬਾਰ ਵਿੱਚ ਲਿਆਉਣਾ ਕਰੋ। ਸਰਬ ਲੋਹ ਮਾਰੋ ਬਿਨ ਚੈਨ ਹੈ। ਹਾਂ ਸਰਬਲੋ ਨੂੰ ਮਾਰਨਾ ਕਰੋ, ਭਾਵੇਂ ਤੁਹਾਨੂੰ ਬੇਆਰਾਮੀ ਕੱਟਣੀ ਪੈਂਦੀ ਹੈ, ਬੇਆਰਾਮੀ ਦੇ ਵਿੱਚ ਵੀ ਹੋ ਕਰਕੇ ਤੁਸੀਂ ਸਰਬਲੋ ਨੂੰ ਮਾਰੋ। ਸਰਬਲੋ ਨੂੰ ਮਾਰਨਾ ਕਰੋ, ਜੇ ਨਹੀਂ ਮਾਰਦੇ ਤਾਂ ਮੈਨੂੰ ਚੈਨ ਨਹੀਂ ਆਵੇਗੀ, ਮੈਂ ਚੈਨ ਤੋਂ ਬਿਨਾਂ ਰਵਾਂਗਾ। ਦੇਵੋ ਦੇਸ ਨਿਕਾਰ। ਹਾਂ ਦੇਸ਼ ਨਿਕਾਲਾ ਦੇ ਦਿਓ ਸਰਬਲੋ ਤੇ ਦੇਵਤੇ ਆਦਿਕ ਨੂੰ, ਜੇ ਨਹੀਂ ਮਰਦਾ ਤੇ ਇੰਦਰ ਸਰਬਲੋ ਦੇਵਤੇ ਆਦਿਕ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿਓ, ਦੇਸ਼ ਵਿੱਚੋਂ ਕੱਢ ਦੇਣਾ ਕਰੋ। ਗਾਨ ਗੰਧਰਬ ਜਮ ਜਖ। ਗਾਨ ਗੰਧਰਬ ਜਮ ਜਖ ਆਦਿਕਾਂ ਨੂੰ ਲੁੱਟ ਕੋਸ ਭੰਡਾਰ। ਦੇਵਤਿਆਂ ਨੇ ਜਿਹੜੇ ਫਿਰ ਖਜ਼ਾਨੇ ਭੰਡਾਰੇ ਜੋੜ ਲਏ ਨੇ ਉਹ ਲੁੱਟ ਲੈਣਾ ਕਰੋ। ਸੁਰਨ ਮਾਨਵ ਦਲ ਭਖੋ। ਹਾਂ ਸੁਰਨ ਦੇਵਤੇ ਤੇ ਮਨੁੱਖਾਂ ਦੇ ਦਲਾਂ ਨੂੰ ਭਖੋ ਖਾ ਹੀ ਜਾਵੋ। ਅਸ ਕਹਿ ਪਠੇ ਜੁਝਾਰ। ਇਸ ਤਰ੍ਹਾਂ ਕਹਿ ਕੇ ਚਿੱਠੀ ਵਿੱਚ ਲਿਖਾ ਕੇ, ਚਿੱਠੀ ਦੇ ਕੇ ਜੁਝਾਰੂ ਸੂਰਮਿਆਂ ਨੂੰ ਜੰਗ ਦੀ ਤਰਫ ਨੂੰ ਤੋਰਿਆ ਬੀਰੇਨਾਦ ਨੇ। ਕੁਰ ਸੰਗ ਸੈਨਾ ਦੁਸਤਰ। ਹਾਂ ਕਹਿੰਦੇ ਐ ਵੀ ਬਹੁਤੀ ਹੀ ਕਠਿਨ ਸੈਨਾ, ਕੋਰ ਮੈਨੇ ਆਪਣੇ ਪੁੱਤਰਾਂ ਨੂੰ ਪ੍ਰਧਾਨ ਬਣਾ ਕੇ ਨਾਲ ਸੈਨਾਪਤੀ ਦੇ ਕੇ ਤੇ ਬਹੁਤੀ ਹੀ ਆਪਣੇ ਪੁੱਤਰਾਂ ਦੇ ਨਾਲ ਕਠਿਨ ਫੌਜ ਕਰਕੇ ਜੰਗ ਦੇ ਮੈਦਾਨ ਨੂੰ ਤੋਰਿਆ ਏ। ਬੱਜਿਓ ਦੁੰਦਬ ਘੋਰ। ਸਾਹਿਬ ਜੀ ਕਹਿੰਦੇ ਨੇ ਡਰਾਉਣੇ ਨਗਾਰੇ ਵੱਜੇ ਨੇ, ਦੀਹ ਮਾਰੂ ਸੋ ਭਯੰਕਰ। ਵੱਡੇ ਵੱਡੇ ਜੰਗੀ ਨਗਾਰੇ ਵੱਜੇ ਨੇ, ਜੋ ਸੋ ਭਲੀ ਪ੍ਰਕਾਰ ਜੋ ਬਹੁਤੇ ਭਯੰਕਰ ਭਿਆਨਕ ਨੇ। ਤੋ ਦੀਹ ਮਾਰੂ ਰਨ ਭਯੰਕਰ, ਐਸਾ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਪਾਠ ਭੇਦ ਵੀ ਹੈ। ਕੁਰਿਓ ਦੁਸਦ ਨਿਸ਼ਾਨ। ਸਾਹਿਬ ਜੀ ਕਹਿੰਦੇ ਨਗਾਰਿਆਂ ਦੀ ਬਹੁਤੀ ਦੋ ਮੈਨੇ ਕਠਿਨ ਸੱਦ ਮੈਨੇ ਆਵਾਜ਼
ਆਪਸ ਵਿੱਚ ਘੁਰੀ ਹੈ। ਡੰਕ ਧੌਂਸਾ ਪਰਲੇ ਕਰ, ਡੰਕੇ ਤੇ ਧੌਂਸੜੇ ਪ੍ਰਲੇ ਨੂੰ ਕਰਨ ਵਾਲੇ ਹੀ ਮਾਨੋ ਬੱਜੇ ਨੇ। ਝੂਲਤ ਬੈਰਕ ਬਾਨ, ਛੋਟੀਆਂ ਵੱਡੀਆਂ ਝੰਡੀਆਂ ਝੂਲਦੀਆਂ ਪਈਆਂ ਨੇ। ਤੁਜਾ ਲੋਟਨ ਰੰਗ ਰੰਗ ਕਰ, ਤੁਜਾ ਝੰਡੀਆਂ ਦੇ ਲੋਟਣ ਪਰਲੇ ਰੰਗਾਂ ਰੰਗਾਂ ਦੇ ਅਸਮਾਨ ਵਿੱਚ ਝੂਲਣਾ ਕੀਤੇ ਨੇ। ਘੁੰਮਡੇ ਸੁਬਟ ਸਵਾਰ, ਹਾਂ, ਜਿਹੜੇ ਚੰਗੇ ਘੋੜ ਸਵਾਰ ਨੇ ਉਹ ਜੰਗ ਦੇ ਮੈਦਾਨ ਨੂੰ ਉਛਲੇ ਨੇ। ਸੈਨ ਨਾਇਕ ਭਟ ਅਦਪਤ, ਸੈਨ ਨਾਇਕ ਜਿਹੜੇ ਜੰਗ ਦੇ ਮੈਦਾਨ ਦੇ ਸੈਨਾਪਤੀ ਤੇ ਅਦਭੁਤ ਮੈਂ ਨੇ, ਜਿਹੜੇ ਚੰਗੇ ਸੈਨਾਪਤੀ ਭਟ ਸੂਰਮੇ ਨੇ, ਉਹ ਜੰਗ ਦੇ ਮੈਦਾਨ ਨੂੰ ਚੜ੍ਹੇ ਹਨ। ਸੈਨ ਨਾਇਕ ਭਟ ਮੈਨੇ ਸੂਰਮੇ, ਜੋ ਸੈਨਾ ਦੇ ਨਾਇਕ ਮੈਨੇ ਮਾਲਕ ਭਾਵ ਸੈਨਾਪਤੀ ਨੇ, ਤੇ ਅਦਪਤ ਜੋ ਸੈਨਾ ਦੇ ਪਤੀ ਵੀਰਨਾਥ ਦੇ ਪੁੱਤਰ ਸੂਰਮੇ ਨੇ। ਇਹ ਸਾਰੇ ਆਪੋ ਆਪਣੇ ਦਲ ਸਵਾਰ ਕੇ ਆਪੋ ਆਪਣੀਆਂ ਡਿਊਟੀਆਂ ਤੇ ਆਪੋ ਆਪਣੀਆਂ ਫੌਜਾਂ ਦੀਆਂ ਕਮਾਂਡਾਂ ਨੂੰ ਸੰਭਾਲ ਕੇ ਜੰਗ ਦੇ ਮੈਦਾਨ ਨੂੰ ਚੜ ਗਏ ਨੇ। ਚਤੁਰੰਗਨ ਦਲ ਸਾਜ, ਚਾਰ ਪ੍ਰਕਾਰ ਦਾ ਦਲ ਸਾਜ ਕਰਕੇ। ਸੈਨ ਦਾਨਵੀ ਬਿਕਟ ਆਤ, ਦੰਤਾਂ ਦੀ ਜੋ ਸੈਨਾ ਏ ਬਹੁਤੀ ਹੀ ਡਰਾਉਣੀ ਹੈ। ਪਾਤ ਪਾਤ ਦਲ ਸੁਬਟ, ਪੰਗਤਾਂ ਬਣਾ ਕਰਕੇ ਸੂਰਮਿਆਂ ਦੇ ਦਲ ਚੱਲੇ ਨੇ। ਆਪ ਆਪਨ ਸੰਗ ਲੀਨੇ, ਆਪੋ ਆਪਣੀ ਫੌਜ ਨੂੰ ਨਾਲ ਲਿਆ ਏ, ਆਪੋ ਆਪਣੀ ਫੌਜ ਦੀ ਕਮਾਂਡ ਸੰਭਾਲੀ ਹੈ। ਜੁੱਥ ਜੁੱਥ ਅਸਵਾਰ, ਹਾਂ, ਘੋੜ ਸਵਾਰ ਜਥਿਆਂ ਦੇ ਜਥੇ ਟੋਲਿਆਂ ਦੇ ਟੋਲੇ। ਰਤੀ ਪਾਈ ਕੀ ਨਵੀਨੇ, ਰਥੀ ਰਥਾਂ ਵਾਲੇ ਪਾਈ ਕੀ ਪੈਂਦਲ, ਨਵੀਨੇ ਨਵੀਂ ਫੌਜ ਜੰਗ ਦੇ ਮੈਦਾਨ ਨੂੰ ਚੱਲੀ ਹੈ। ਪੁੰਜ ਪੁੰਜ ਬਰਿਆਰ, ਪੁੰਜ ਗਈ ਜਥਿਆਂ ਦੇ ਜਥੇ, ਬਰਿਆਰ ਕਹੀਏ ਬਲ ਵਾਲੇ। ਮਲ ਤੁਮਲ ਹੱਠ ਭੀਨੇ, ਹਾਂ, ਜਿਹੜੇ ਤੁੰਬਲ ਯੁੱਧ ਕਰਨ ਵਾਲੇ ਪਹਿਲਵਾਨ, ਹੱਠ ਕਹੀਏ ਜੰਗ ਦੇ ਮੈਦਾਨ ਦੇ ਹੱਠ ਦੇ ਵਿੱਚ ਭੀਨੇ ਭਿੱਜੇ ਹੋਏ ਨੇ, ਉਹ ਜੰਗ ਦੇ ਮੈਦਾਨ ਨੂੰ ਚੱਲੇ ਨੇ। ਝੁੰਡ ਝੁੰਡ ਸਰਦਾਰ, ਹਾਂ, ਜਿਹੜੇ ਸਰਦਾਰ ਨੇ ਆਪੋ ਆਪਣੇ ਝੁੰਡ ਬਣਾ ਕਰਕੇ। ਅਸੁਰ ਨਾਇਕ ਪ੍ਰਬੀਨੇ, ਹਾਂ, ਜਿਹੜੇ ਦੰਤਾਂ ਦੀ ਫੌਜ ਦੇ ਸੈਨਾਪਤੀ ਬੜੇ ਯੁੱਧ ਦੇ ਸਿਆਣੇ ਨੇ, ਯੁੱਧ ਨੀਤੀ ਨੂੰ ਜਾਣਨ ਵਾਲੇ ਜਿਹੜੇ ਚੰਗੇ ਸਰਦਾਰ ਨੇ ਨਾ ਦੰਤਾਂ ਦੇ, ਉਹ ਝੁੰਡ ਬਣਾ ਕੇ ਆਪੋ ਆਪਣੇ ਜਥੇ ਬਣਾ ਕੇ ਟੋਲੇ ਬਣਾ ਕੇ ਜੰਗ ਦੇ ਮੈਦਾਨ ਨੂੰ ਚੜੇ ਨੇ। ਪਹੁੰਚੀ ਸੈਨ ਅਪਾਰ, ਬਹੁਤੀ ਸੈਨਾ ਜੰਗ ਦੇ ਮੈਦਾਨ ਵਿੱਚ ਉੱਪੜ ਗਈ ਹੈ। ਸਮਰ ਛਿਤ ਦੋ ਦਲ ਜੁਟੇ, ਆਖਰ ਜੰਗ ਦੇ ਮੈਦਾਨ ਵਿੱਚ ਦੋਨੋਂ ਹੀ ਦਲ ਜੁਟ ਪਏ ਨੇ, ਲੜਨ ਲੱਗ ਪਏ ਨੇ। ਜਦੋਂ ਦੈਂਤ ਆਏ ਨੇ ਤੇ ਦੇਵਤਿਆਂ ਨੇ ਵੀ ਅੱਗੋਂ ਤਿਆਰੀ ਕੱਸ ਲਈ ਹੈ। ਦੈ ਦੈ ਤੂਰ ਤੰਬੂਰ, ਤੰਬੂਰੇ ਤੇ ਤੂਤੀਆਂ ਵਜਾ ਕੇ। ਬਾਜ ਬਹਿਰੀ ਸਮ ਟੁੱਟੇ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਬਹਿਰੀ ਬਾਜਾਂ ਵਾਂਗੂ, ਬਹਿਰੀ ਗੁਰੂ ਖਾਲਸਾ ਜੀ ਬਾਜ ਦੀ ਇੱਕ ਕਿਸਮ ਹੈ, ਬਹਿਰੀ ਬਾਜਾਂ ਵਾਂਗੂ ਸੂਰਮੇ ਟੁੱਟ ਕੇ ਪੈ ਗਏ ਨੇ। ਬੇਸਨ ਪਦ ਕਸ਼ੇਲੀ ਦੋਹਰਾ, ਮਿਲੀ ਸੈਨ ਬਹੁ ਦਾਨਵੀ। ਮਹਾਰਾਜ ਕਲਗੀਧਰ ਜੀ ਕਹਿੰਦੇ ਦੰਤਾਂ ਦੀ ਬਹੁਤੀ ਸੈਨਾ ਆਪਸ ਵਿੱਚ ਮਿਲੀ ਹੈ। ਜੱਫੀਆਂ ਪਾ ਕੇ ਵੀਰਨਾਥ ਨੇ ਕੁਝ ਫੌਜ ਭੇਜੀ ਹੈ ਭਾਰੀ ਗਿਣਤੀ ਦੇ ਵਿੱਚ, ਤੇ ਕੁਝ ਫੌਜ ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਹੈ, ਤੇ ਦੋਨੋਂ ਹੀ ਫੌਜਾਂ ਆਪਸ ਦੇ ਵਿੱਚ ਮਿਲੀਆਂ ਨੇ। ਮੰਤਰਨ ਹਰਖ ਵਡਾਏ, ਤੇ ਮੰਤਰੀਆਂ ਨੇ ਬਹੁਤੀ ਖੁਸ਼ੀ ਵਧਾਉਣਾ ਕੀਤੀ ਹੈ ਵੀਰਨਾਥ ਦੇ ਸਰਦਾਰ ਪੁੱਤਰਾਂ ਨੂੰ ਵੇਖ ਕੇ। ਲੈ ਲੈ ਭੇਟ ਕੁਮਾਰ ਕਹੈ, ਉਹ ਮੰਤਰੀ ਆਪਣੇ ਹੱਥਾਂ ਵਿੱਚ ਭੇਟਾਵਾਂ ਨੂੰ ਲੈ ਕੇ ਤੇ ਕੁਮਾਰ ਵੀਰਨਾਥ ਦੇ 1 ਲੱਖ ਪੁੱਤਰਾਂ ਕਹਿ ਨੂੰ ਮਿਲੇ ਹਨ। ਮਿਲੇ ਮੋਦ ਮਨ ਪਾਏ, ਹਾਂ, ਮਿਲੇ ਹਨ ਮੰਤਰੀ ਰਾਜੇ ਵੀਰਨਾਥ ਦੇ ਪੁੱਤਰਾਂ ਨੂੰ ਮਨ ਵਿੱਚ ਮੋਦ ਖੁਸ਼ੀ ਪਾ ਕਰਕੇ। ਦੈ ਦੈ ਢੋਲ ਦਮਾਮਨੀ, ਹਾਂ, ਢੋਲ ਤੇ ਨਗਾਰੇ ਵਜਾ ਕੇ। ਜੁਟੇ ਵੀਰ ਲੁਝਾਰ, ਆਖਰ ਜਿਹੜੇ ਸੂਰਬੀਰ ਸਨ, ਲੁਝਾਰ ਲੁਝਣ ਵਾਲੇ, ਉਹ ਜੰਗ ਕਰਨ ਲਈ ਜੁਟ ਗਏ। ਸਮਰ ਸੰਦੇਸ਼ਾ ਹੋਤ ਪੋ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੰਗ ਦਾ ਸੁਨੇਹਾ ਹੋਇਆ। ਜੰਗ ਦਾ ਸੁਨੇਹਾ ਕੀ ਹੁੰਦਾ ਏ? ਤੀਰ ਤੇ ਗੋਲੀਆਂ ਚੱਲਣੀਆਂ। ਜਦੋਂ ਸੂਰਮੇ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ, ਇੱਕ ਤੇ ਨਗਾਰਾ ਵਜਾਉਂਦੇ ਨੇ ਤੇ ਦੂਜਾ ਗੁਰੂ ਖਾਲਸਾ ਜੀ ਗੋਲੀਆਂ ਚਲਾਉਂਦੇ ਨੇ, ਤੀਰ ਚਲਾਉਂਦੇ ਨੇ ਕਿ ਪਤਾ ਲੱਗ ਜਾਵੇ ਵੀ ਜੰਗ ਸ਼ੁਰੂ ਹੋ ਗਿਆ ਏ। ਦੂਜੇ ਪਾਸੇ ਤੋਂ ਵੀ ਇੱਕ ਪਾਸੋਂ ਗੋਲੀਆਂ ਚੱਲਦੀਆਂ ਨੇ, ਦੂਜੇ ਵੀ ਤਿਆਰ ਹੋ ਕੇ ਗੋਲੀਆਂ ਚਲਾਉਣ ਲੱਗ ਪੈਂਦੇ ਨੇ। ਪਹਿਲੇ ਹਵਾਈ ਫਾਇਰ ਹੁੰਦੇ ਨੇ,
ਫਿਰ ਗੁਰੂ ਖਾਲਸਾ ਜੀ ਸਿੱਧਾ ਜੰਗ ਹੋਣ ਲੱਗ ਪੈਂਦਾ ਏ। ਮਹਾਰਾਜ ਕਲਗੀਧਰ ਜੀ ਕਹਿੰਦੇ ਗੋਲੀਆਂ ਚਲਾਉਣ ਰੂਪ, ਤੀਰ ਚਲਾਉਣ ਰੂਪੀ, ਨਗਾਰੇ ਵਜਾਉਣ ਰੂਪੀ ਜੰਗ ਦਾ ਸੰਦੇਸ਼ਾ ਹੋਇਆ ਏ। ਦੋ ਦਲ ਬਿਬਦ ਪ੍ਰਕਾਰ, ਦੋਨਾਂ ਹੀ ਦਲਾਂ ਵਿੱਚ ਨਾਨਾ ਪ੍ਰਕਾਰ ਦਾ, ਕਿਸੇ ਨੇ ਗੋਲੀ ਚਲਾ ਕੇ ਸੁਨੇਹਾ ਦਿੱਤਾ, ਕਿਸੇ ਨੇ ਗਾਲਾਂ ਕੱਢ ਕੇ ਸੁਨੇਹਾ ਦਿੱਤਾ, ਕਿਸੇ ਨੇ ਘੋੜੇ ਭਜਾ ਕੇ ਸੁਨੇਹਾ ਦਿੱਤਾ, ਕਿਸੇ ਨੇ ਤੀਰ ਚਲਾ ਕੇ, ਕਿਸੇ ਨੇ ਨਗਾਰਾ ਵਜਾ ਕੇ, ਇਦਾਂ ਨਾਨਾ ਪ੍ਰਕਾਰ ਦੇ ਨਾਲ ਜੰਗ ਦੇ ਇਸ਼ਾਰੇ ਦਿੱਤੇ ਨੇ ਦੋਨਾਂ ਹੀ ਪਾਸਿਆਂ ਤੋਂ। ਦੋਹਰਾ ਤੀਰ ਤੁਫੰਗ ਸਹਤੀ ਤਬਰ, ਹਾਂ, ਤੀਰ ਚੱਲੇ ਨੇ ਧਨਖਾਂ ਤੋਂ, ਤੁਫੰਗ ਤੋਪਾਂ ਤੋਂ ਗੋਲੇ, ਸਹਿਤੀ ਬਰਸ਼ੀ ਤੇ ਤਬਰ ਕੁਹਾੜੇ ਚੱਲੇ ਨੇ। ਸੁਤਰ ਨਾਲ ਘੁਰ ਨਾਲ, ਸੁਤਰ ਨਾਲ ਗੁਰੂ ਖਾਲਸਾ ਜੀ ਊਠਾਂ ਦੇ ਉੱਪਰ ਰੱਖ ਕੇ ਚਲਾਉਣ ਵਾਲੀਆਂ ਬੰਦੂਕਾਂ, ਤੇ ਘੁਰ ਨਾਲ ਜੋ ਘੋੜਿਆਂ ਦੇ ਉੱਪਰ ਰੱਖ ਕੇ ਬੰਦੂਕਾਂ ਚਲਾਈਦੀਆਂ ਨੇ। ਬਾਂਕ ਬੱਜਰ ਬਿਸ਼ੂਆ ਚਲੈ, ਬਾਂਕ ਬੱਜਰ ਤੇ ਬਿਛੂਆ ਆਦਿਕ ਚੱਲਦੇ ਪਏ ਨੇ। ਸੂਆ ਸੰਗ ਹੱਥ ਨਾਲ, ਫਿਰ ਕਹਿੰਦੇ ਸੂਏ ਚੱਲਦੇ ਪਏ ਨੇ, ਹੱਥ ਨਾਲ ਚਲਾਉਣ ਵਾਲੀਆਂ ਬੰਦੂਕਾਂ ਵੀ ਚੱਲਦੀਆਂ ਪਈਆਂ ਨਾਲ ਹੀ। ਬਿਸਨ ਪਦ ਰਾਗ ਪਟ ਮੰਜਰੀ ਚੌਪਈਆ, ਮਹਾਰਾਜ ਕਲਗੀਧਰ ਜੀ ਪਟ ਮੰਜਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ। ਇੱਥੇ ਚੌਪਈਆ ਲਿਖਦੇ ਪਏ ਨੇ। ਚੌਪਈਆ ਗੁਰੂ ਖਾਲਸਾ ਜੀ ਚੌਪਈ ਦਾ ਹੀ ਨਾਮ ਹੈ। ਇੱਥੇ 4-4 ਤੁਕਾਂ ਮਹਾਰਾਜ ਸਾਹਿਬ ਜੀ ਲਿਖਣਗੇ ਤੇ ਇਦਾਂ ਮਹਾਰਾਜ ਸਾਹਿਬ ਜੀ ਚੌਪਈਆ ਬਣਾਉਣਗੇ। ਪਹਿਲਾਂ 4 ਤੁਕਾਂ ਇੱਕ ਲਿਖ ਕੇ, 4 ਤੁਕਾਂ ਫਿਰ ਲਿਖ ਕਰਕੇ ਮਹਾਰਾਜ 2 ਚੌਪਈਆਂ ਦੀਆਂ ਇੱਕ ਚੌਪਈਆ ਬਣਾਉਣਗੇ। ਚੌਪਈ ਦੇ ਵਿੱਚ 4 ਤੁਕਾਂ ਹੁੰਦੀਆਂ ਨੇ, ਚੌਪਈਆ ਦੇ ਵਿੱਚ ਗੁਰੂ ਖਾਲਸਾ ਜੀ 8 ਤੁਕਾਂ ਆਉਣਗੀਆਂ। ਇਦਾਂ ਮਹਾਰਾਜ ਕਲਗੀਧਰ ਜੀ ਕਿਰਪਾ ਕਰਨਗੇ। ਚੌਪਈਆ ਪੱਪੇ ਦੇ ਉੱਤੇ ਅਧਿਕ ਹੈ, ਜਈਏ ਨੂੰ ਕੰਨਾ ਹੈ। ਦੋ ਦਿਸ ਸੁਬਟ ਦੋ ਬਹੀਆ ਤਾਵ ਹੈ, ਦੋਨਾਂ ਹੀ ਪਾਸਿਆਂ ਤੋਂ ਦੁਬਈਆ, ਜਿਨ੍ਹਾਂ ਦੀਆਂ ਦੋਨਾਂ ਬਾਹਾਂ ਵਿੱਚ ਪੂਰਾ ਜ਼ੋਰ ਹੈ, ਐਸੇ ਯੋਧੇ ਧਾਵਹ ਭੱਜਦੇ ਪਏ ਹਨ। ਦਾਨਵ ਦੇਵ ਦੋ ਸਮਰ ਲੁਝਾਵ ਹੈ, ਦਾਨਵ ਦੈਂਤ ਤੇ ਦੇਵਤੇ ਦੋਨੋਂ ਹੀ ਜੰਗ ਦੇ ਮੈਦਾਨ ਵਿੱਚ ਲੂਝਦੇ ਪਏ ਨੇ। ਮਾਰ ਮਾਰ ਪਟ ਦੋਹ ਦਿਸ ਹੂਕੇ, ਹਾਂ, ਮਾਰ ਲੋ ਕਰਕੇ ਸੂਰਮੇ ਦੋਵਾਂ ਹੀ ਪਾਸਿਆਂ ਤੋਂ ਹੁੱਕੇ ਗੱਜੇ ਹਨ। ਲੈ ਲੈ ਸ਼ਾਸਤਰ ਅਸਤਰ ਰਨ ਢੂਕੇ, ਆਪਣੇ ਹੱਥਾਂ ਵਿੱਚ ਸ਼ਸਤਰ ਤੇ ਅਸਤਰ ਲੈ ਲੈ ਕੇ ਰਨ ਵਿੱਚ ਆ ਕੇ ਢੁਕੇ ਹਨ। ਚਮਕੀ ਤਹਾਂ ਅਸਨ ਕੀ ਧਾਰਾ, ਮਹਾਰਾਜ ਸਾਹਿਬ ਜੀ ਕਹਿੰਦੇ ਉੱਥੇ ਕਿਰਪਾਨਾਂ ਦੀਆਂ ਧਾਰਾਂ ਦੀ ਜੋ ਚਮਕ ਹੈ ਉਹ ਜੰਗ ਦੇ ਮੈਦਾਨ ਵਿੱਚ ਚਮਕੀ ਹੈ। ਬਿਬਰੇ ਸੂਰਬੀਰ ਬਰਿਆਰਾ, ਸੂਰਬੀਰ ਬਰਿਆਰਾ ਬਲ ਵਾਲੇ ਭਿਬਰੇ ਗੱਜੇ ਹਨ। ਹੈ ਗੈ ਰਥ ਪੈਦਲ ਦਲ ਕੂਟੇ, ਘੋੜਿਆਂ ਵਾਲੇ, ਹਾਥੀਆਂ ਵਾਲੇ ਤੇ ਰਥਾਂ ਵਾਲੇ ਤੇ ਪੈਦਲ ਸੂਰਮੇ ਦੇ ਦੋ ਦਲ ਨੇ, ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਕੁੱਟਣਾ ਕੀਤਾ ਏ। ਦੋ ਦਿਸ ਸੁਬਟ ਦੁਬਹੀਆ ਜੂਟੇ, ਦੋਨਾਂ ਹੀ ਪਾਸਿਆਂ ਤੋਂ ਦੁਬਈਆ, ਦੋਵਾਂ ਬਾਹਾਂ ਵਿੱਚ ਪੂਰੇ ਜ਼ੋਰ ਵਾਲੇ ਸੁਬਟ ਸੂਰਮੇ ਜੁੱਟੇ ਹਨ। ਕਾਟ ਕਸ ਤੂਨ ਚਾਪ ਕਰ ਸਾਇਕ, ਸਾਹਿਬ ਜੀ ਕਹਿੰਦੇ ਨੇ ਲੱਕ ਦੇ ਨਾਲ ਤੂਨ ਭੱਥੇ ਨੂੰ ਕਸ ਕਰਕੇ ਤੇ ਹੱਥਾਂ ਦੇ ਵਿੱਚ ਸਾਇਕ ਤੀਰ ਤੇ ਚਾਪ ਧਨਕ ਲੈ ਕਰਕੇ, ਸ਼ਾਸਤਰ ਅਸਤਰ ਸ਼ਾਕੇ ਦਨ ਨਾਇਕ, ਸ਼ਸਤਰਾਂ ਅਸਤਰਾਂ ਦੇ ਨਾਲ ਛਾਕੇ ਸ਼ੋਭਦੇ ਪਏ ਹਨ। ਦਨ ਨਾਇਕ ਵੀਰਯਨਾਦ ਦੇ ਪੁੱਤਰ ਤੇ ਦੰਤਾਂ ਦੀ ਫੌਜ ਦੇ ਨਾਇਕ ਮਾਲਕ। ਅਸ ਗਜ ਪਾਖਰ ਜੀਨ ਤੁਰੰਗਨ, ਹਾਂ, ਅਸ ਘੋੜੇ ਤੇ ਗੱਜ ਹਾਥੀਆਂ ਦੇ ਉੱਪਰ, ਪਾਖਰ ਤੇ ਜੀਨ ਨਾਮ ਗੁਰੂ ਖਾਲਸਾ ਜੀ ਕਾਠੀਆਂ ਦਾ ਹੈ। ਪਾਖਰ ਦਾ ਅਰਥ ਵੀ ਕਾਠੀਆਂ ਹੀ ਹੈ। ਤੁਰੰਗਨ ਘੋੜਿਆਂ ਦੇ ਉੱਪਰ ਕਾਠੀਆਂ ਪਾਈਆਂ ਨੇ ਤੇ ਹਾਥੀਆਂ ਦੇ ਉੱਪਰ ਅੰਬਾਰੀਆਂ ਪਾਈਆਂ ਹਨ। ਪਾਖਰ ਦਾ ਅਰਥ ਅੰਬਾਰੀ ਲਗਾ ਲੈਣਾ। ਅਨਕ ਭਾਂਤ ਅਸਵਨ ਦਲ ਪੁੰਜਨ, ਹਾਂ, ਅਨੇਕਾਂ ਪ੍ਰਕਾਰ ਦਾ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ ਦੰਤਾਂ ਦਾ ਤੇ ਦੇਵਤਿਆਂ ਦਾ ਘੋੜਿਆਂ ਦਾ ਦਲ ਹੈ।
ਤੇ ਸਮੂਹ ਘੋੜੇ ਆਪਣੇ ਦਲ ਵਿੱਚ ਭੱਜੇ ਫਿਰਦੇ ਹਨ। ਸਾਮ ਕਰਨ ਕਸ਼ੀ ਦਰਿਆਈ, ਮਹਾਰਾਜ ਕਲਗੀਧਰ ਜੀ ਕਹਿੰਦੇ ਸਾਮ ਕਰਨ ਕਾਲੇ ਕੰਨਾਂ ਵਾਲੇ ਘੋੜਿਆਂ ਦਾ ਦਲ ਅੱਡ ਹੈ, ਕੱਛ ਦੇਸ਼ ਦੇ ਘੋੜਿਆਂ ਦਾ ਦਲ ਅੱਡ ਹੈ, ਦਰਿਆਈ ਘੋੜਿਆਂ ਦਾ ਦਲ ਅੱਡ ਹੈ। ਦੁਲ ਦੁਲ ਪਰੀ ਸਪਸ਼ ਸੁਹਾਈ, ਦੁਲਦੁਲ ਖੱਚਰਾਂ ਦਾ ਦਲ ਅੱਡ ਹੈ, ਪਰੀ ਉੱਡਣ ਵਾਲੇ ਸਪੱਛ ਖੰਭਾਂ ਸਹਿਤ ਜਿਹੜੇ ਘੋੜੇ ਨੇ ਉਹ ਇੱਕ ਪਾਸੇ ਸੁਹਾਈ ਸ਼ੋਭਦੇ ਹਨ। ਉੱਚ ਸਰਵਾਦ ਸਿੰਧ ਵੀ ਤੁਖਾਰਾ, ਹਾਂ, ਸੂਰੇ ਦੇ ਘੋੜੇ ਦੀ ਬੰਸ ਵਿੱਚੋਂ ਜਿਹੜੇ ਘੋੜੇ ਉੱਚ ਸਰਵਾਦ ਨੇ ਉਹ ਇੱਕ ਪਾਸੇ ਨੇ, ਸਿੰਧਵੀ ਤੁਖਾਰਾ ਸਮੁੰਦਰੀ ਘੋੜੇ ਇੱਕ ਪਾਸੇ ਹਨ। ਐਰਾਵਤ ਕਰਹਲ ਦੰਤਾਰਾ, ਹਾਂ, ਐਰਾਵਤ ਹਾਥੀ ਤੇ ਕਰਹਲ ਊਠ ਤੇ ਦੰਤਾਰਾ ਹਾਥੀ ਦਾ ਨਾਮ ਹੈ। ਐਰਾਵਤ ਹਾਥੀ ਦੀ ਕਿਸਮ ਵਿੱਚੋਂ ਜਿਹੜੇ ਦੰਤਾਰਾ ਹਾਥੀ ਨੂੰ ਇੱਕ ਪਾਸੇ ਉਹਨਾਂ ਦੇ ਦਲ ਨੇ, ਕਰਹਲ ਊਠਾਂ ਦੇ ਇੱਕ ਪਾਸੇ ਦਲ ਨੇ। ਕੋਟ ਕੋਟ ਨਾਗਨ ਦਲ ਕਰਹਲ, ਹਾਂ, ਤੇ ਕਰੋੜਾਂ ਅਰਬਾਂ ਦੀ ਗਿਣਤੀ ਵਿੱਚ ਨਾਗਨ ਹਾਥੀਆਂ ਤੇ ਕਰਹਲ ਊਠਾਂ ਦੇ ਦਲ ਨੇ ਇਸ ਪ੍ਰਕਾਰ। ਸਿਆੰਦ ਪਾਲਕੀ ਪਾਇਕ ਮਲ ਦਲ, ਹਾਂ, ਸਿਆੰਦ ਰਥਾਂ ਵਾਲੇ ਤੇ ਪਾਲਕੀਆਂ ਵਾਲੇ ਤੇ ਪਾਇਕ ਪੈਂਦਲ ਮੱਲ ਪਹਿਲਵਾਨਾਂ ਦੇ ਦਲ ਇੱਕ ਪਾਸੇ ਖੜੇ ਨੇ ਤਿਆਰ ਬਰ ਤਿਆਰ ਯੁੱਧ ਲਈ। ਹਾਕ ਹਾਕ ਭਲ ਭਿਰੇ ਪਰਸ ਪਰ, ਏਦਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਆਪਸ ਵਿੱਚ ਆਪੋ ਆਪਣੇ ਦਲ ਲੈ ਕਰਕੇ ਯੋਧੇ ਵੰਗਾਰ ਕੇ ਭਲੀ ਪ੍ਰਕਾਰ ਭਿੜੇ ਹਨ ਆਪਸ ਦੇ ਵਿੱਚ। ਕੁਸ਼ਤੀ ਲਾਤਨ ਮੁਸ਼ਟ ਸਿਪਰ ਸਰ, ਸਾਹਿਬ ਜੀ ਕਹਿੰਦੇ ਨੇ ਢਾਲਿਆਂ ਦੇ ਨਾਲ ਕਈਆਂ ਨੇ ਲੜਾਈ ਕੀਤੀ, ਕਈਆਂ ਨੇ ਸਰ ਤੀਰਾਂ ਨਾਲ ਲੜਾਈ ਕੀਤੀ, ਕਈਆਂ ਨੇ ਲੱਤਾਂ ਤੇ ਮੁਸ਼ਟ ਮੁੱਕੀਆਂ ਮਾਰ ਕੇ, ਕਈਆਂ ਨੇ ਕੁਸ਼ਤੀ ਕਰਨਾ ਕੀਤੀ ਹੈ। ਅਰਧ ਉਰਧ ਪਟ ਦੋਹਾਂ ਦਲ ਲਟ ਪਟ, ਹਾਂ, ਅਰਧ ਹੇਠਾਂ ਤੇ ਉਰਧ ਉੱਪਰ ਜਿਹੜੇ ਭੱਟ ਸੂਰਮੇ ਨੇ ਦੋਨਾਂ ਹੀ ਦਲਾਂ ਦੇ ਆਪਸ ਵਿੱਚ ਲਟਪਟ ਚੁੰਬੜੇ ਨੇ। ਕੋਈ ਥਾਂ ਸੂਰਮਾ ਹੈ, ਕੋਈ ਥਾਂ ਹੈ, ਕਿਧਰੇ ਦੇਵਤਾ ਥੱਲੇ ਹੈ, ਕਿਧਰੇ ਦੈਂਤ ਥੱਲੇ ਹੈ, ਉੱਪਰ ਦੇਵਤਾ ਹੈ, ਥੱਲੇ ਦੈਂਤ ਹੈ, ਥੱਲੇ ਦੈਂਤ ਹੈ, ਉੱਪਰ ਦੇਵਤਾ ਹੈ। ਇਦਾਂ ਆਪਸ ਵਿੱਚ ਚੁੰਬੜ ਰਹੇ ਨੇ, ਆਪਸ ਵਿੱਚ ਘੁਲ ਰਹੇ ਨੇ। ਭਿਰੇ ਕੁਸ਼ਤੀਆਂ ਦਾਏ ਚਟਾ ਚਟ, ਚਟਾ ਚਟ ਜਲਦੀ ਦੇ ਨਾਲ ਹੀ ਕੁਸ਼ਤੀਆਂ ਵਾਲੇ ਦਾਏ ਦਾ ਕਰਕੇ ਭਿੜਦੇ ਪਏ ਨੇ। ਚਾਂਪ ਚਾਂਪ ਪਟ ਲੜਤ ਖਟਾ ਖਟ, ਫੁਰਤੀ ਦੇ ਨਾਲ ਉਤਸ਼ਾਹ ਕਰ ਕਰਕੇ ਸੂਰਮੇ ਲੜਦੇ ਪਏ ਨੇ। ਮਾਰ ਮਾਰ ਦੋਹਾਂ ਔਰ ਰਟਾ ਰਟ, ਮਾਰ ਲੋ ਦੋਨਾਂ ਹੀ ਪਾਸਿਆਂ ਤੋਂ ਰਟਾ ਰਟ ਬੋਲਦੇ ਪਏ ਨੇ। ਬਰੇਨ ਕਾਰ ਮਰੇ ਦੋਹਾਂ ਦਿਸ ਸੂਰਾ, ਦੋਨਾਂ ਹੀ ਪਾਸਿਆਂ ਤੋਂ ਬ੍ਰਿਨ ਕਰ ਜ਼ਖਮਾਂ ਕਰਕੇ ਮਰੇ ਹਨ। ਜਾਂ ਬ੍ਰਿਨ ਕਰ ਗੁਰੂ ਖਾਲਸਾ ਜੀ ਇਕੱਠਾ ਹੋਵੇ ਪਾਠ ਤੇ ਬ੍ਰਿਨ ਕਰ ਤੀਰਾਂ ਨੂੰ ਕਹਿੰਦੇ ਨੇ। ਤੀਰਾਂ ਦੇ ਵੱਜਣ ਨਾਲ ਬਹੁਤੇ ਸੂਰਮੇ ਮਰੇ ਹਨ। ਦੈ ਦੈ ਤਾਲ ਤੰਬੂਰਨ ਤੂਰਾ, ਹਾਂ, ਵਜਾ ਕਰਕੇ ਤਾੜੀਆਂ ਤੰਬੂਰੇ ਤੇ ਤੂਤੀਆਂ। ਵਰਤ ਭਏ ਅਛਰ ਗਾਨ ਮਾਲਾ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੋ ਅਛਰ ਅਪਛਰਾਂ ਦੇ ਟੋਲੇ ਅਪਛਰਾਂ ਦੀਆਂ ਪੰਕਤੀਆਂ ਨੇ ਉਹ ਆ ਕਰਕੇ ਐਸੇ ਸੂਰਮਿਆਂ ਨੂੰ ਢੋਲ ਨਗਾਰੇ ਵਜਾ ਕੇ ਵਰਦੀਆਂ ਪਈਆਂ ਨੇ। ਨਰੀ ਨਾਗਨੀ ਪਦਮਨ ਬਾਲਾ, ਮਨੁੱਖਾਂ ਦੀਆਂ ਇਸਤਰੀਆਂ ਨਾਗਨੀਆਂ ਪਦਮਨੀਆਂ ਤੇ ਬਾਲੜੀਆਂ। ਲਰ ਮਰ ਗਏ ਸੁਰਗ ਭਉ ਜਲ ਤਰ, ਹਾਂ, ਲੜ ਕਰਕੇ ਮਰ ਕਰਕੇ ਸੂਰਮੇ ਸਵਰਗਾਂ ਨੂੰ ਚਲੇ ਗਏ ਭਉਜਲ ਤੋਂ ਤਰ ਕੇ। ਪਾਰ ਪਰੇ ਸੁਰ ਭਾਵ ਨਿਧ ਸਾਗਰ, ਸਾਹਿਬ ਜੀ ਕਹਿੰਦੇ ਨੇ ਪਾਰ ਪਰੇ ਸੁਰ ਜਿਹੜੇ ਦੇਵਤੇ ਨੇ ਉਹ ਵੀ ਭਵਨਿਧ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਪਰੇ ਚਲੇ ਗਏ ਸਵਰਗਾਂ ਵਿੱਚ ਸੱਚਖੰਡ ਵਿੱਚ। ਲਹੇ ਸੁਬਾਸ ਸਵਰਗ ਮਹਿ ਕਲਪਨ, ਹਾਂ, ਸੁਬਾਸ ਉੱਤਮ ਵਾਸਾ ਸਵਰਗਾਂ ਦੇ ਵਿੱਚ ਕਈ ਕਲਪਾਂ ਤੱਕ ਜਾ ਕੇ ਦੇਵਤਿਆਂ ਨੇ ਦੈਂਤ ਸੂਰਮਿਆਂ ਨੇ ਕਰਨਾ ਕੀਤਾ ਏ। ਪਾਰ ਪਰੇ ਸੁਰ ਪਵਜਲ ਸੰਸਾਰ ਤੋਂ ਪਾਰ ਹੋ ਗਏ ਨੇ ਸੁਰ ਦੇਵਤੇ, ਸਵਰਗਾਂ ਵਿੱਚ ਵਾਸਾ ਕੀਤਾ ਕਈ ਕਲਪਾਂ ਤੱਕ। ਜੁਜੇ ਸਮਰ ਹੁਵੈ ਸਮਹਿ ਅਜੋਦਨ, ਹਾਂ, ਜੂਝੇ ਹਨ ਜੰਗ ਦੇ ਮੈਦਾਨ ਦੇ ਸਾਹਮਣੇ ਹੋ ਕੇ
ਅਯੋਧਨ ਜੰਗ ਦੇ ਮੈਦਾਨ ਦੇ ਸਮੂਹੇ ਸਾਹਮਣੇ ਹੋ ਕੇ, ਅਯੋਧਨ ਸ਼ਸਤਰਾਂ ਨੂੰ ਵੀ ਕਹਿੰਦੇ ਨੇ, ਸ਼ਸਤਰਾਂ ਦੇ ਸਾਹਮਣੇ ਹੋ ਕਰਕੇ ਜੂਝੇ ਨੇ, ਕਿਉਂਕਿ ਅਯੁੱਧਨ ਸ਼ਬਦ ਅਯੋਧਨ ਤੋਂ ਹੀ ਬਣਿਆ ਏ। ਬੇਸਨ ਪਦ ਪਟ ਮੰਜਰੀ ਚਤੁਰਪਦ। ਚਤੁਰਪਦ ਗੁਰੂ ਖਾਲਸਾ ਜੀ ਚੌਪਈਆ ਦਾ ਹੀ ਨਾਮ ਹੈ। ਚੌਪਈਆ, ਚੌਪਈ, ਚਤੁਰਪਦ ਦੇ ਪਰਿਆਇਵਾਚੀ ਸ਼ਬਦ ਨੇ। ਲਾਖ ਪੁੱਤਰ ਬ੍ਰਿਜਨਾਥ ਸਮਰਸ਼ਿਤ। ਮਹਾਰਾਜ ਕਲਗੀਧਰ ਜੀ ਕਹਿੰਦੇ 1 ਲੱਖ ਬੀਰੇਨਾਥ ਦਾ ਪੁੱਤਰ ਜੰਗ ਦੇ ਮੈਦਾਨ ਵਿੱਚ ਆ ਕਰਕੇ ਕੁੱਦਿਆ ਏ। ਜੁਟੇ ਦੋ ਦਿਸਨ ਦਲ ਅਦਪਤ। ਜਦੋਂ 1 ਲੱਖ ਬੀਰੇਨਾਥ ਦਾ ਪੁੱਤਰ ਆਇਆ ਏ ਤੇ ਦੋਨਾਂ ਹੀ ਪਾਸਿਆਂ ਦੇ ਸੂਰਮੇ ਵੀ ਆਪਸ ਵਿੱਚ ਭਿੜਨ ਲੱਗ ਪਏ ਨੇ। ਦੰਤਾਂ ਦੀ ਫੌਜ ਦੇ ਜਿਹੜੇ ਸੈਨਾਪਤੀ ਨੇ ਉਹ ਵੀ ਲੜਦੇ ਪਏ ਨੇ। 1 ਲੱਖ ਬੀਰੇਨਾਥ ਦਾ ਪੁੱਤਰ ਦੇਵਤਿਆਂ ਨਾਲ ਲੜਦਾ ਪਿਆ ਏ। ਲੱਖ ਗਣੇਸ਼ ਕਾਰਤਕੇ ਧਾਏ। ਜਦੋਂ ਜਾਣਿਆ ਗਣੇਸ਼ ਤੇ ਕਾਰਤਕੇ ਨੇ ਕਿ 1 ਲੱਖ ਬੀਰੇਨਾਥ ਦਾ ਸੂਰਮਾ ਪੁੱਤਰ ਜੰਗ ਦੇ ਮੈਦਾਨ ਵਿੱਚ ਆ ਉਤਰਿਆ ਏ, ਤੇ ਉਹ ਵੀ ਭੱਜ ਕੇ ਗਏ ਨੇ ਜਿੱਧਰਲੇ ਪਾਸੇ ਬੀਰੇਨਾਥ ਦੇ 1 ਲੱਖ ਪੁੱਤਰ ਲੜਦੇ ਪਏ ਸਨ। ਮੁਖ ਕਮੋਰ ਕੁਰੰਗ ਕੁਦਾਏ। ਸਾਹਿਬ ਜੀ ਕਹਿੰਦੇ ਨੇ ਆਪਣੇ ਚੂਹੇ ਨੂੰ ਤੇ ਮੋਰ ਨੂੰ ਕੁਰੰਗ ਹਰਨਾ ਵਾਂਗੂ ਕਦਾਉਣਾ ਕੀਤਾ ਇਹ ਗਣੇਸ਼ ਤੇ ਸਵਾਮ ਕਾਰਤਕ ਨੇ। ਪਾਖੋਂ ਨਾਮ ਸਾਊ ਦਾਨਵ ਭਟ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜੇ ਦਾਨਵ ਦੈਂਤ ਬੀਰੇਨਾਥ ਦੇ ਪੁੱਤਰ ਨੇ, ਸਾਊ ਚੰਗੇ ਯੁੱਧ ਨੀਤੀ ਤੋਂ ਜਾਣੂ, ਜੇ ਮੈਂ ਉਹਨਾਂ ਦੇ ਨਾਮ ਤੁਹਾਨੂੰ ਕਵਾਂ। ਅਸੁਰ ਨਾਸ ਵਰਿਆਮ ਬਿਕਟ ਗਟ। ਤੇ ਗਟ ਮੈਨੇ ਨਾਲ ਹੀ ਜਿਹੜੇ ਬਿਕਟ ਨਾ ਕੱਟੇ ਜਾਣ ਵਾਲੇ ਵਰਿਆਮ ਬਹਾਦਰ ਤੇ ਦੰਤਾਂ ਦਾ ਨਾਸ਼ ਕਰਨ ਵਾਲੇ ਜਿਹੜੇ ਦੇਵਤੇ ਨੇ, ਉਹਨਾਂ ਦੇਵਤਿਆਂ ਦੇ ਨਾਮ ਕਵਾਂ। ਗਟ ਦਾ ਅਰਥ ਨਾਲ ਵੀ ਹੁੰਦਾ ਏ। ਗਟ ਦਾ ਅਰਥ ਦਾ ਗਿਣ ਕੇ ਕਹਾਂ। ਗਟ ਦਾ ਅਰਥ ਗਟ ਗਟ ਕਰਨ ਵਾਲੇ ਬਹਾਦਰ ਸੂਰਮੇ ਜਿਹੜੇ ਦੇਵਤੇ ਨੇ, ਜੇ ਉਹਨਾਂ ਦੇ ਨਾਮ ਤੁਹਾਨੂੰ ਕਵਾਂ ਖਾਲਸਾ ਜੀ। ਜੋ ਸਭ ਕਹੋ ਨਾਮ ਤਿਨ ਕੇ ਗਨ। ਹਾਂ, ਜੋ ਜੇਕਰ ਤੁਹਾਨੂੰ ਸਾਰੇ ਨਾਮ ਗਣ ਗਿਣ ਕੇ ਕਵਾਂ, ਸਾਰੇ ਦੇਵਤਿਆਂ ਤੇ ਦੈਂਤਾਂ ਦੇ ਨਾਮ। ਬਾਢੈ ਕਥਾ ਪ੍ਰਸੰਗ ਅਜੋਧਨ। ਅਜੋਧਨ ਜੰਗ ਦੀ ਕਥਾ ਦਾ ਪ੍ਰਸੰਗ ਫਿਰ ਬਹੁਤ ਲੰਮਾ ਹੋ ਜਾਵੇਗਾ। ਜਾਂ ਮੈਂ ਮੁੱਖ ਪ੍ਰਧਾਨ ਜਿੱਤੇ ਭਟ। ਇਸ ਲਈ ਇਸ ਪ੍ਰਸੰਗ ਦੇ ਵਿੱਚ ਜਿਹੜੇ ਮੁੱਖ ਤੇ ਜ਼ਿਆਦਾ ਪ੍ਰਧਾਨ ਸੂਰਮੇ ਸਨ ਉਹਨਾਂ ਦੇ ਨਾਮ ਕਵਾਂਗਾ, ਸਾਰਿਆਂ ਦੇ ਨਹੀਂ ਕਵਾਂਗਾ। ਕਹੋ ਨਾਮ ਤਿਨ ਕੇ ਗਿਣਤੀ ਘਟ। ਹਾਂ, ਗਿਣਤੀ ਘਟ ਮੈਨੇ ਗਿਣ ਕੇ, ਐ ਗੁਰੂ ਖਾਲਸਾ ਜੀ ਮੈਂ ਤੁਹਾਨੂੰ ਨਾਮ ਕਹਿਣਾ ਹੈ। ਕਹੋ ਨਾਮ ਤਿਨ ਕੇ ਗਿਣਤੀ ਘਟ। ਇੱਕ ਨਾਮ ਵਾਧੂ ਛਪਿਆ ਹੋਇਆ ਏ। ਮਾਤਾ ਭਾਗੋ ਜੀ ਤੇ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਤੇ ਹੋਰ ਪੁਰਾਤਨ ਬੀੜਾਂ ਵਿੱਚ ਇਹ ਨਾਮ ਨਹੀਂ, ਇਹ ਗਿਣਤੀ ਨਾਲ ਗਲਤੀ ਨਾਲ ਛਪ ਗਿਆ, ਪ੍ਰੈਸ ਦੀ ਗਲਤੀ ਕਰਕੇ ਕੱਟ ਲੈਣਾ ਜੀ। ਕਰੂਰ ਰਾਸ਼ ਭਟ ਘਟਾ ਕਰਨ ਭਨ। ਸਾਹਿਬ ਜੀ ਦੰਤਾਂ ਦੇ ਨਾਮ ਦੱਸਦੇ ਨੇ। ਇੱਕ ਦਾ ਨਾਮ ਕਰੂਰਾਸ਼ ਹੈ, ਇੱਕ ਦਾ ਨਾਮ ਘਟਾ ਕਰਨ ਹੈ, ਭਨ ਕਹਿੰਦੇ ਨੇ। ਤਾਲ ਕੇਤ ਭਟ ਬਾਰ ਸੋਸ ਗਨ। ਇੱਕ ਦਾ ਨਾਮ ਤਾਲਕੇਤ, ਇੱਕ ਦਾ ਨਾਮ ਬਾਰ ਸੂਸ ਗਣ ਗਿਣ ਲਵੋ। ਨਾਗ ਕਰਨ ਭਟ ਕੁੰਭ ਦਾੜ ਭਨ। ਨਾਗ ਕਰਨ ਤੇ ਕੁੰਭ ਦਾੜ ਮਹਾਰਾਜ ਸਾਹਿਬ ਜੀ ਭਨ ਕਹਿੰਦੇ ਨੇ। ਧੂਮਰ ਕੇਤ ਦਾਨਵ ਨਿਸਰੇ ਅਨ। ਧੂਮਰ ਕੇਤ ਦਾਨਵ ਦੰਤ ਅਨ ਫੌਜਾਂ ਦੇ ਵਿੱਚੋਂ ਨਿਸਰੇ ਨਿਕਲਿਆ ਹੈ। ਇਹ ਆਪਣੀਆਂ ਆਪਣੀਆਂ ਫੌਜਾਂ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆਏ ਨੇ। ਘਟਾ ਕਰਨ ਭਨ, ਇਹ ਨੰਨੇ ਨੂੰ ਔਂਕੜ ਹੈ। ਭਨੋ ਮਹਾਰਾਜ ਕਹਿੰਦੇ ਮੈਂ ਕਹਿੰਦਾ ਹਾਂ। ਬਾਰ ਸੂਸ ਗਾਨ, ਇਹ ਵੀ ਨੰਨੇ ਨੂੰ ਔਂਕੜ ਹੈ। ਗਨੋ ਐ ਖਾਲਸਾ ਜੀ ਤੁਸੀਂ ਗਿਣ ਲੈਣਾ ਕਰੋ। ਮਹਿਕ ਮੁੰਡ ਭਟ ਨਾਦ ਘੋਖ ਭਨ। ਇੱਕ ਦਾ ਨਾਮ ਮਹਿਖ ਮੁੰਡ ਹੈ, ਇੱਕ ਦਾ ਨਾਮ ਨਾਦ ਘੂਖ ਹੈ। ਚਾਰ ਦੰਤ ਦੋ ਦਰਖ ਬਿਬਦ ਰਨ। ਇੱਕ ਦਾ ਨਾਮ ਚਾਰ ਦੰਤ ਹੈ, ਇੱਕ ਦਾ ਨਾਮ ਦੁਧਰਖ ਹੈ। ਤੇ ਇਹ ਬਿਦਤ ਪ੍ਰਗਟ ਹੀ ਨੇ ਜੰਗ ਦੇ ਮੈਦਾਨ ਦੇ ਵਿੱਚ। ਜੁਟੇ ਆਏ ਸੰਗਰ ਸਤ ਭਈਨ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਦੰਤ ਜਿਹੜੇ ਪ੍ਰਧਾਨ ਸੂਰਮੇ ਸੀ ਆ ਕੇ ਜੰਗ ਦੇ ਮੈਦਾਨ ਵਿੱਚ ਜੁਟ ਗਏ ਨੇ।
ਸਤ ਮੈਨੇ ਸੱਚੀ ਭਈਨ ਕਹੀਏ ਸ਼ਰਧਾ, ਸੱਚੀ ਜੰਗ ਦੀ ਸ਼ਰਧਾ ਮਨ ਵਿੱਚ ਧਾਰ ਕੇ। ਸਤ ਦਾ ਅਰਥ ਹੈ ਸੈਂਕੜੇ, ਭਈਨ ਮੈਨੇ ਭਰਾਵਾਂ ਨੂੰ ਨਾਲ ਲੈ ਕਰਕੇ, ਲੱਖਾਂ ਦੀ ਗਿਣਤੀ ਵਿੱਚ ਭਰਾ ਨੇ, ਉਹਨਾਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਜੁਟ ਗਏ ਨੇ। ਭਈਨ ਭੱਬੇ ਦੇ ਅਧਿਕ ਜਈਆ ਪੂਰਾ ਤੇ ਨੰਨਾ। ਵੀਰਜ ਨਾਦ ਪੁੱਤਰ ਰਨ ਚਈਨ। ਹਾਂ, ਵੀਰੇਨਾਥ ਦੇ ਜਿਹੜੇ ਪੁੱਤਰ ਨੇ ਇਹ ਜੰਗ ਦੇ ਮੈਦਾਨ ਦੇ ਚਈਨ, ਇਹ ਸ਼ੌਂਕੀ ਨੇ ਤੇ ਚਈਨ ਚਾਹੁਣ ਵਾਲੇ ਨੇ। ਚੱਚੇ ਦੇ ਅਧਿਕ ਜਈਆ ਤੇ ਨੰਨਾ, ਇਸ ਤਰ੍ਹਾਂ ਪਾਠ ਸ਼ੁੱਧ ਹੈ। ਗਹਿ ਗਹਿ ਸ਼ਸਤਰ ਅਸਤਰ ਰਨ ਜੂਟੇ। ਆਪਣੇ ਹੱਥਾਂ ਵਿੱਚ ਸ਼ਸਤਰ ਤੇ ਅਸਤਰ ਲੈ ਕੇ ਜੰਗ ਦੇ ਮੈਦਾਨ ਵਿੱਚ ਜੁਟ ਗਏ। ਸਵਾਮ ਕਾਰਤਿਕ ਗਣਪਤ ਲੂਟੇ। ਹਾਂ, ਸਵਾਮ ਕਾਰਤਿਕ ਤੇ ਗਣੇਸ਼ ਨੂੰ ਮਾਨੋ ਜੰਗ ਦੇ ਮੈਦਾਨ ਵਿੱਚ ਲੁੱਟਣ ਵਾਸਤੇ ਆਏ ਹਨ। ਏਕ ਏਕ ਭਟ ਭਿਰੇ ਅਜੋਧਨ। ਕੱਲੇ ਨਾਲ ਕੱਲਾ ਸੂਰਮਾ ਅਯੋਧਨ ਜੰਗ ਦੇ ਮੈਦਾਨ ਵਿੱਚ ਭਿੜਿਆ ਏ ਜਈਆ ਪੂਰਾ ਅਯੋਧਨ ਦਾ। ਸਾਇਕ ਤੇਸ਼ ਟੰਕਾਰ ਕਰਿਓ ਧਨ। ਤਿੱਖੇ ਤੀਰ ਛੱਡੇ ਹਨ ਤੇ ਧਨਖਾਂ ਦੀ ਟੰਕਾਰ ਕੀਤੀ ਹੈ। ਬਾਹਤ ਭਏ ਦੋਹ ਦਿਸ ਸੂਰਾ। ਦੋਨਾਂ ਹੀ ਦਿਸ਼ਾਵਾਂ ਤੋਂ ਸ਼ਸਤਰ ਬਾਉਂਦੇ ਪਏ ਨੇ ਸੂਰਮੇ। ਹਰਖਤ ਦੇਵ ਦਨਜ ਦਲ ਹੂਰਾ। ਦੇਵਤਿਆਂ ਤੇ ਦੰਤਾਂ ਦੇ ਦਲ ਨੂੰ ਵੇਖ ਕੇ ਹੂਰਾਂ ਦੇ ਦਲ ਖੁਸ਼ ਹੁੰਦੇ ਪਏ ਨੇ। ਹਰਖਤ ਤੱਤੇ ਨੂੰ ਸਿਆਰੀ ਹੈ, ਖੱਖੇ ਨੂੰ ਨਹੀਂ। ਸ਼ਹਿਬਰ ਲਾਏ ਬਾਨ ਨਭ ਬਰਖੇ। ਸ਼ਹਿਬਰ ਝੜੀ ਲਾ ਕਰਕੇ ਨਭ ਅਸਮਾਨ ਤੋਂ ਬਾਣ ਤੀਰ ਬਰਖਦੇ ਪਏ ਨੇ। ਰੁਦਰ ਕਾਲਕਾ ਨਾਰਦ ਹਰਖੇ। ਰੁਦਰ ਸ਼ਿਵ ਤੇ ਕਾਲਕਾ ਤੇ ਨਾਰਦ ਖੁਸ਼ ਹੁੰਦਾ ਪਿਆ ਏ। ਖੋਲ ਖੜਗ ਖਤਰੀ ਰਨ ਟੂਕੇ। ਮਿਆਨਾਂ ਦੇ ਵਿੱਚੋਂ ਕਿਰਪਾਨਾਂ ਨੂੰ ਖੋਲ ਕੇ ਭਾਵ ਕੱਢ ਕੇ ਜਿਹੜੇ ਖੱਤਰੀ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਢੁਕਦੇ ਪਏ ਨੇ। ਜਿਵੇਂ ਗੁਰੂ ਖਾਲਸਾ ਜੀ ਪ੍ਰਾਹੁਣਾ ਜੰਝ ਲੈ ਕਰਕੇ ਸਹੁਰਿਆਂ ਦੇ ਘਰ ਢੁਕਦਾ ਏ। ਲਾਖ ਪੁੱਤਰ ਨੰਦਨ ਹਰ ਜੂ ਕੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ 1 ਲੱਖ ਪੁੱਤਰ ਨੇ ਵੀਰੇਨਾਥ ਦੇ, ਤੇ ਦੂਸਰੇ ਪਾਸੇ ਹਰ ਇੰਦਰ ਦੇ ਨੰਦਨ ਪੁੱਤਰ ਨੇ। ਹਰਜੂ ਇੰਦਰ ਜੀ ਦੇ ਨੰਦਨ ਪੁੱਤਰ ਨੇ। ਜੂ ਜੀ ਦਾ ਅਰਥ ਹੈ ਇੱਕ ਪਾਸੇ ਵੀਰੇਨਾਥ ਦੇ ਲੱਖ ਪੁੱਤਰ ਨੇ ਤੇ ਇੱਕ ਪਾਸੇ ਹਰ ਸ਼ਿਵ ਜੂ ਜੀ ਦੇ ਨੰਦਨ ਪੁੱਤਰ ਜੰਗ ਦੇ ਮੈਦਾਨ ਵਿੱਚ ਡਟੇ ਨੇ। ਚੱਕਰ ਸੈਲ ਤ੍ਰਿਸੂਲ ਪ੍ਰਹਾਰਤ। ਚੱਕਰ ਸੈਲ ਤੇ ਤਰਸੂਲ ਪ੍ਰਹਾਰਤ ਮਾਰਦੇ ਪਏ ਨੇ। ਮੂਸਲ ਸੇਲ ਆਯੋਧਨ ਡਾਰਤ। ਸੇਲ ਬਰਸ਼ੇ ਮੂਸਲ ਘੋਟਨੇ ਆਯੁਧਨ ਸ਼ਸਤਰ ਜੰਗ ਦੇ ਮੈਦਾਨ ਵਿੱਚ ਡਾਰਤ ਸੁੱਟਦੇ ਪਏ ਨੇ। ਗਦਾ ਗ੍ਰਿਸ਼ਟ ਸਹਤੀ ਜਮਦਾਰਾ। ਗ੍ਰਿਸ਼ਟ ਭਾਰੀ ਗਦਾ, ਸਹਤੀ ਬਰਛੀ ਤੇ ਜਮਦਾਰਾ ਕਟਾਰ ਨੂੰ ਕਹਿੰਦੇ ਨੇ। ਬਾਂਕ ਬਜਰ ਬਿਛੁਅਨ ਪ੍ਰਹਾਰਾ। ਬਾਂਕ ਸ਼ੇਰ ਨਖੇ ਸ਼ਸਤਰ ਦਾ ਨਾਮ ਹੈ। ਬੱਜਰ ਇੰਦਰ ਦੇ ਸ਼ਸਤਰ ਦਾ ਨਾਮ ਹੈ। ਬਿਛੂਅਨ ਗੁਰੂ ਖਾਲਸਾ ਜੀ, ਇਹ ਵੀ ਇੱਕ ਸ਼ਸਤਰ ਬਿਛੂਆ ਹੁੰਦਾ ਏ। ਨਿਹੰਗ ਸਿੰਘ ਅਕਸਰ ਗਾਤਰੀ ਰੱਖਦੇ ਨੇ। ਇਹ ਪ੍ਰਹਾਰਾ ਮਾਰਦੇ ਪਏ ਨੇ ਇੱਕ ਦੂਜੇ ਦੇ ਤਾਈ। ਅਸ਼ਟਕ ਇੱਕ। ਹਾਂ, ਮਹਾਰਾਜ ਸਾਹਿਬ ਜੀ ਨੇ ਇੱਥੇ ਗੁਰੂ ਖਾਲਸਾ ਜੀ 8 ਚੁਪਈਆਂ ਦਾ ਇੱਕ ਅਸ਼ਟਕ ਲਿਖਿਆ ਹੈ। ਇੱਕ ਅਸ਼ਟਕ ਮਹਾਰਾਜ ਕਲਗੀਧਰ ਨੇ ਉਚਾਰਨਾ ਕੀਤਾ, ਪਿਆਰੇ ਭਾਈ ਦਇਆ ਸਿੰਘ ਜੀ ਨੇ ਲਿਖਿਆ ਹੈ। ਆਪ ਗੁਰੂ ਕੇ ਸਿੱਖ ਸੰਗਤਾਂ ਨੇ ਮਹਾਰਾਜ ਸਾਹਿਬ ਜੀ ਦੀ ਇਹ ਕਥਾ ਸਰਵਣ ਕੀਤੀ ਹੈ। ਦੇਖੋ ਮਹਾਰਾਜ ਸਾਹਿਬ ਜੀ ਕੈਸਾ ਜੰਗ ਦਾ ਨਜ਼ਾਰਾ ਬਣਦੇ ਪਏ ਨੇ। ਕੈਸੇ ਮਹਾਰਾਜ ਸਾਹਿਬ ਜੀ ਸ਼ਬਦ ਚੁਣ ਚੁਣ ਕੇ ਇਹ ਕਥਾ ਵਿੱਚ ਪਰੋਂਦੇ ਪਏ ਨੇ। ਧੰਨ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਉਹਨਾਂ ਦੀ ਵਡਿਆਈ ਹੈ ਗੁਰੂ ਖਾਲਸਾ ਜੀ, ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਸਤਰਾਂ ਦੇ ਵੀ ਪੂਰੇ ਗਿਆਤਾ। ਮਹਾਰਾਜ ਕਲਗੀਧਰ ਜੀ ਨੇ ਆਪਣੀ ਸਭਾ ਦੇ ਵਿੱਚ ਅਸਵਨਾਮਾ ਵੀ ਲਿਖਾਇਆ, ਜਿਹਦੇ ਵਿੱਚ ਗੁਰੂ ਖਾਲਸਾ ਜੀ ਘੋੜਿਆਂ ਦਾ ਗਿਆਨ। ਮਹਾਰਾਜ ਸਾਹਿਬ ਜੀ ਨੇ ਪਾਕਨਾਮਾ ਵੀ ਲਿਖਾਇਆ, ਜਿਹਦੇ ਵਿੱਚ ਗੁਰੂ ਖਾਲਸਾ ਜੀ ਰਸੋਈ ਦਾ ਗਿਆਨ, ਕਿ ਗੁਰੂ ਕੇ ਖਾਲਸੇ ਨੇ ਲੰਗਰ ਕਿਵੇਂ ਸੋਹਣੇ ਸੋਹਣੇ ਤਿਆਰ ਕਰਨੇ ਹੈ। ਮਹਾਰਾਜ ਕਲਗੀਧਰ ਜੀ ਨੇ ਬਾਜਨਾਮਾ ਵੀ ਲਿਖਾਇਆ, ਜਿਹਦੇ ਵਿੱਚ ਗੁਰੂ ਖਾਲਸਾ ਜੀ
ਚੰਗੇ ਬਾਜ, ਉਹਨਾਂ ਦੀਆਂ ਨਸਲਾਂ, ਉਹਨਾਂ ਦੇ ਰੋਗ, ਉਹਨਾਂ ਦੇ ਖਾਣੇ ਦਾਣੇ ਬਾਰੇ ਲਿਖਿਆ ਸੀ। ਮਹਾਰਾਜ ਸਾਹਿਬ ਜੀ ਨੇ ਗੱਜਨਾਮਾ, ਜਿਹਦੇ ਵਿੱਚ ਹਾਥੀਆਂ ਬਾਰੇ ਲਿਖਿਆ। ਗੁਰੂ ਖਾਲਸਾ ਜੀ ਇੱਕ ਮਹਾਰਾਜ ਨੇ ਸਵਾਨਨਾਮਾ ਵੀ ਲਿਖਾਇਆ ਸੀ। ਸਵਾਨ ਕੁੱਤਿਆਂ ਨੂੰ ਕਹਿੰਦੇ ਨੇ, ਜਿਹਦੇ ਵਿੱਚ ਚੰਗੇ ਕੁੱਤਿਆਂ ਦੀਆਂ ਨਸਲਾਂ ਲਿਖੀਆਂ ਸੀ, ਕਿਉਂਕਿ ਮਹਾਰਾਜ ਸਾਹਿਬ ਜੀ ਰਾਜਾ ਜੋਗੀ ਸਨ। ਐਸੇ ਕਲਗੀਧਰ ਪਾਤਸ਼ਾਹ ਜੀ ਉੱਚ ਕੋਟੀ ਦੇ ਵਿਦਵਾਨ, ਹਰ ਪੱਖ ਤੋਂ ਜਾਣੂ ਸਨ। ਮਹਾਰਾਜ ਕਲਗੀਧਰ ਨੇ ਜਿੱਥੇ ਜੰਗੀ ਪ੍ਰਸੰਗ ਲਿਖੇ ਨੇ, ਉੱਥੇ ਗੁਰੂ ਖਾਲਸਾ ਜੀ ਸਤਿਗੁਰੂ ਸਾਹਿਬ ਜੀ ਨੇ ਵਿਦਾਂਤ ਦੇ ਪੱਖ ਨੂੰ ਵੀ ਲਿਖਿਆ ਹੈ। ਗੁਰੂ ਖਾਲਸਾ ਜੀ ਜੋ ਜੀਵ ਦੀ ਉਤਪੱਤੀ ਹੈ, ਵਿਦੰਤੀਆਂ ਨੇ 3 ਪ੍ਰਕਾਰ ਦੇ ਨਾਲ ਕਹੀ ਹੈ। ਇੱਕ ਗੁਰੂ ਖਾਲਸਾ ਜੀ ਬਿੰਬ ਪ੍ਰਤੀਬਿੰਬਵਾਦ ਹੈ, ਇੱਕ ਆਭਾਸਵਾਦ ਹੈ, ਇੱਕ ਅਵਸ਼ੇਦਵਾਦ ਹੈ। ਬਿੰਬ ਪ੍ਰਤੀਬਿੰਬ ਵਾਲੇ ਕਹਿੰਦੇ ਨੇ ਕਿ ਅੱਖਾਂ ਦੀ ਬਿਰਤੀ ਨਿਕਲ ਕੇ ਜਾਂਦੀ ਹੈ, ਸ਼ੀਸ਼ੇ ਦੇ ਨਾਲ ਟਕਰਾ ਕੇ ਵਾਪਸ ਮੁੜਦੀ ਹੈ, ਤੇ ਮੂੰਹ ਨੂੰ ਆ ਕੇ ਫਿਰ ਦੇਖਦੀ ਵਿਸ਼ੇ ਕਰਦੀ ਹੈ। ਛੇਤੀ ਦੇ ਨਾਲ ਮੂੰਹ ਨੂੰ ਵਿਸ਼ੇ ਕਰਕੇ ਵਾਪਸ ਨੇਤਰਾਂ ਰਾਹੀਂ ਅੰਤःਕਰਨ ਦੀ ਬਿਰਤੀ ਮੁੜ ਜਾਂਦੀ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੀਸ਼ੇ ਦੇ ਵਿੱਚ ਮੇਰੀ ਝਲਕ ਹੈ, ਪਰ ਸ਼ੀਸ਼ੇ ਦੇ ਵਿੱਚ ਝਲਕ ਹੁੰਦੀ ਨਹੀਂ ਹੈ। ਐਸਾ ਗੁਰੂ ਖਾਲਸਾ ਜੀ ਬਿੰਬ ਪ੍ਰਤੀਬਿੰਬਵਾਦ ਹੈ। ਦੂਜਾ ਗੁਰੂ ਖਾਲਸਾ ਜੀ ਆਭਾਸਵਾਦ ਹੈ। ਆਭਾਸਵਾਦ ਵਾਲੇ ਕਹਿੰਦੇ ਨੇ ਕਿ ਮੁਖੜੇ ਦਾ ਜੋ ਪਰਛਾਵਾਂ ਹੈ, ਮੁਖੜੇ ਦੀ ਜੋ ਝਲਕ ਹੈ, ਉਹ ਸੀਸੇ ਵਿੱਚ ਜਾ ਕੇ ਚਮਕਦੀ ਹੈ, ਤੇ ਇਹਨੂੰ ਗੁਰੂ ਖਾਲਸਾ ਜੀ ਆਭਾਸਵਾਦ ਕਹਿੰਦੇ ਹਨ। ਇਸੇ ਤਰ੍ਹਾਂ ਅਵਸ਼ੇਦਵਾਦ ਹੈ। ਅਵਸ਼ੇਦਵਾਦ ਕਹਿੰਦੇ ਹੈ ਵੀ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਵੇਂ ਗੁਰੂ ਖਾਲਸਾ ਜੀ ਆਕਾਸ਼ ਸਾਰੇ ਥਾਵਾਂ ਤੇ ਸਮਾਇਆ ਹੋਇਆ ਏ, ਇਸੇ ਹੀ ਤਰੀਕੇ ਦੇ ਨਾਲ ਜਿਹੜਾ ਚੇਤਨ ਹੈ ਉਹ ਮਨ ਵਿੱਚ ਵੀ, ਅਵਿਦਿਆ ਵਿੱਚ ਵੀ, ਹੱਥਾਂ ਪੈਰਾਂ ਗਿਆਨ ਕਰਮ ਇੰਦਰੀਆਂ ਵਿੱਚ ਵੀ ਸਮਾਇਆ ਏ। ਤੇ ਮਨ ਦੇ ਵਿੱਚ ਚੇਤਨ ਸਮਾਇਆ, ਤੇ ਮਨ ਜਿਹੜਾ ਹੈ ਇਹੀ ਫਿਰ ਗੁਰੂ ਖਾਲਸਾ ਜੀ ਜੀਵ ਕਹਾਇਆ ਏ। ਇਹ ਅਵਸ਼ੇਦਵਾਦ ਕਹਿੰਦਾ ਹੈ। ਤਿੰਨਾਂ ਵਾਦਾਂ ਦੇ ਨਾਲੋਂ ਗੁਰੂ ਖਾਲਸਾ ਜੀ ਜੋ ਆਭਾਸਵਾਦ ਹੈ ਉਹ ਉੱਤਮ ਦੱਸਦੇ ਹਨ। ਇਹੀ ਦੱਸਦੇ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਅਵਿਦਿਆ ਦੀ ਕਾਲਖ ਤੋਂ ਰਹਿਤ ਹੈ, ਕਿਉਂਕਿ ਵਾਹਿਗੁਰੂ ਨੂੰ ਨਿਰੰਜਨ ਕਹਿੰਦੇ ਨੇ। ਤੇ ਅਵਿਦਿਆ ਦੇ ਵਿੱਚ ਵੀ ਹੈ, ਕਿਉਂਕਿ ਮਨ ਜੋ ਹੈ ਇਹ ਅਵਿਦਿਆ ਕ੍ਰਿਤ ਹੈ। ਗੁਰੂ ਖਾਲਸਾ ਜੀ ਜਿਵੇਂ ਪਾਣੀ ਦੇ ਵਿੱਚ ਸੂਰਜ ਦਾ ਪਰਛਾਵਾਂ ਪੈਂਦਾ ਹੈ, ਆਭਾਸ ਨਾਮ ਪਰਛਾਵੇਂ ਦਾ ਹੈ, ਝਲਕਦਾ ਹੈ। ਸੂਰਜ ਇੱਕ ਅਸਮਾਨ ਵਿੱਚ ਹੁੰਦਾ ਹੈ, ਇੱਕ ਪਾਣੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਅਵਿਦਿਆ ਵਿੱਚ, ਅੰਤःਕਰਨ ਮਨ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤਨ ਸਰੂਪ ਬ੍ਰਹਮ ਦੀ ਝਲਕ ਹੈ। ਜੋ ਬ੍ਰਹਮ ਅਸਲੀ ਹੈ ਉਹ ਮਨ ਦੇ ਨਾਲੋਂ ਅਸੰਗ ਹੈ, ਤੇ ਉਹਦੀ ਝਲਕ ਹੀ ਮਨ ਦੇ ਵਿੱਚ ਹੈ, ਜਿਹਦੇ ਤੋਂ ਜੀਵ ਦੀ ਉਤਪੱਤੀ ਕਹੀ ਹੈ। ਇੱਦਾਂ ਹੀ ਥੋੜ੍ਹੇ ਜਿਹੇ ਫਰਕ ਨਾਲ ਬਿੰਬ ਪ੍ਰਤੀਬਿੰਬ ਦਾ ਵਾਦ ਹੈ। ਪਰ ਗੁਰੂ ਖਾਲਸਾ ਜੀ ਆਭਾਸਵਾਦ ਵਾਲੇ ਕਹਿੰਦੇ ਨੇ ਕਿ ਜੋ ਚੇਤਨ ਵਾਹਿਗੁਰੂ ਦੀ ਛਾਇਆ ਹੈ ਨਾ, ਉਹੀ ਗੁਰੂ ਖਾਲਸਾ ਜੀ ਮਨ ਵਿੱਚ ਹੈ। ਮਹਾਰਾਜ ਨੇ ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ, ਆਪੈ ਲక్ష్ਮੀ ਬੱਪ ਧਰੇ ਜੀਉ ਜੰਤ ਪ੍ਰਤਪਾਲ। ਵਿਚਾਰ ਸਾਗਰ ਦੇ ਵਿੱਚ ਆਭਾਸਵਾਦ ਉੱਤਮ ਲਿਖਿਆ ਏ। ਮਹਾਰਾਜ ਕਲਗੀਧਰ ਨੇ ਵੀ ਆਭਾਸਵਾਦ ਹੀ ਸਰਬਲੋ ਜੀ ਦੀ ਪ੍ਰਾਰੰਭਤਾ ਵਿੱਚ ਲਿਖਿਆ ਹੈ। ਧੰਨ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਵੇਦਾਂ ਦੇ ਗੂੜੇ ਰਹੱਸ ਵੀ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖ ਦੇਣਾ ਕੀਤੇ ਨੇ। ਧੰਨ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਹੈ ਉਹਨਾਂ ਦੀਆਂ ਵਡਿਆਈਆਂ। ਗਦਾ ਗ੍ਰਿਸ਼ਟ ਸਹਤੀ ਜਮਦਾਰਾ, ਬਾਂਕ ਬਜਰ ਬਿਛੁਅਨ ਪਰਹਾਰਾ, ਅਸ਼ਟਕ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।